ਸਤਿ ਸ਼੍ਰੀ ਅਕਾਲ। ਸਵਾਗਤ ਹੈ ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਗੁਰਪ੍ਰੀਤ ਸਿੰਘ। ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਲਗਾਤਾਰ ਭਖਿਆ ਹੋਇਆ ਹੈ। ਕਿਸਾਨ ਅੰਦੋਲਨ ਦੇ ਰਾਹ ਤੇ ਹੈ। ਹੁਣ ਤੱਕ ਕੇਂਦਰ ਸਰਕਾਰ ਨੂੰ ਜੇ ਦੇਖਿਆ ਜਾਵੇ ਤਾਂ ਇੱਕ ਪ੍ਰੈਸ਼ਰ ਅੰਦੋਲਨ ਦਾ ਹੈ ਪੰਜਾਬ ਤੇ ਹਰਿਆਣੇ 'ਚ। ਦੂਜੇ ਪਾਸੇ ਇੱਕ ਸੱਟ ਲੱਗ ਰਹੀ ਹੈ ਕੇਂਦਰ ਸਰਕਾਰ ਨੂੰ ਆਰਥਿਕ ਸੱਟ ਏਡੀ ਵੱਡੀ ਹੈ ਕਿ ਰੇਲਵੇ ਨੂੰ ਹੀ ਹੁਣ ਤੱਕ 250 ਕਰੋੜ ਦਾ ਘਾਟਾ ਪੈ ਚੁੱਕਾ ਹੈ। ਰੇਲਵੇ ਇੱਕ ਮਹੀਨੇ ਦੇ ਵਿੱਚ ਪੰਜਾਬ 'ਚੋਂ ਅਨਾਜ ਦੀ ਢੋਆ ਢੁਆਈ ਕਰਕੇ ਸਿਰਫ 350 ਕਰੋੜ ਰੁਪਇਆ ਕਮਾਉਂਦੀ ਹੈ। ਇੱਕ ਦਿਨ ਦਾ ਕਰੀਬ 15 ਕਰੋੜ ਰੁਪਏ ਦਾ ਢੋਆ ਢੁਆਈ ਦਾ ਭਾੜਾ ਹੈ। ਇਹ ਨੁਕਸਾਨ ਹੋ ਚੁੱਕਾ 250 ਕਰੋੜ ਤੋਂ ਜ਼ਿਆਦਾ। 55 ਲੱਖ ਰੁਪਏ ਤੋਂ ਜ਼ਿਆਦਾ ਰੇਲਵੇ ਨੇ ਪੈਸੇ ਵਾਪਸ ਕਰਨੇ ਆ ਉਹਨਾਂ ਮੁਸਾਫਰਾਂ ਦੇ ਜਿਨ੍ਹਾਂ ਨੇ ਪੰਜਾਬ ਆਉਣ ਦੇ ਲਈ ਜਾਂ ਪੰਜਾਬ ਤੋਂ ਜਾਣ ਦੇ ਲਈ ਟਿਕਟਾਂ ਲਈਆਂ ਸੀ, ਉਹ ਨਹੀਂ ਪਹੁੰਚ ਸਕੇ ਆਪਣੀਆਂ ਮੰਜ਼ਿਲਾਂ ਤੇ। ਇਸ ਤੋਂ ਇਲਾਵਾ NHAI ਨੂੰ ਵੱਡਾ ਨੁਕਸਾਨ ਹੈ। 18 ਟੋਲ ਪੰਜਾਬ ਦੇ ਆ ਜਿਹੜੇ ਉਹ ਘੇਰੇ ਹੋਏ ਆ ਕਿਸਾਨਾਂ ਨੇ, 19 ਟੋਲ ਹਰਿਆਣੇ ਦੇ। ਸਿਰਫ ਪੰਜਾਬ ਦੇ ਵਿੱਚ 8 ਕਰੋੜ ਦਾ ਨੁਕਸਾਨ NHAI ਨੂੰ। ਇਸ ਤੋਂ ਇਲਾਵਾ ਪ੍ਰਾਈਵੇਟ ਜਿਹੜੀਆਂ ਆਇਲ ਕੰਪਨੀਆਂ ਉਹਨਾਂ ਨੂੰ ਨੁਕਸਾਨ ਹੈ। ਪਰ ਹੁਣ ਕੇਂਦਰ ਦੇ ਵੱਲੋਂ ਸੱਦਾ ਦਿੱਤਾ ਗਿਆ ਇੱਕ ਵਾਰ ਫਿਰ ਮੀਟਿੰਗ ਦੇ ਲਈ। ਪਹਿਲੀ ਮੀਟਿੰਗ ਕਿਸਾਨਾਂ ਨੇ ਰੱਦ ਕਰਤੀ ਸੀ ਇਹ ਕਹਿ ਕੇ ਵੀ ਸਾਨੂੰ ਇਸ ਮੀਟਿੰਗ ਚਿੱਠੀ ਦਾ ਮਜ਼ਮੂਨ ਇਹ ਲੱਗਦਾ ਹੈ ਕਿ ਆਪਦੀ ਸੁਣਾਉਣ ਦੇ ਲਈ ਬੁਲਾਇਆ ਜਾ ਰਿਹਾ। ਹੁਣ ਥੋੜ੍ਹਾ ਜਿਹਾ ਸੋਧਿਆ ਹੈ ਕੇਂਦਰ ਸਰਕਾਰ ਨੇ ਚਿੱਠੀ ਨੂੰ ਤੇ ਲਿਖਿਆ ਕਿ ਆਓ ਗੱਲਬਾਤ ਕਰੀਏ ਬਹਿ ਕੇ। ਇਸੇ ਤੇ ਗੱਲਬਾਤ ਕਰਨ ਦੇ ਲਈ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੀ ਦੇ ਬਾਰੇ ਬੜੀਆਂ ਚਰਚਾਵਾਂ ਨੇ ਕਿ ਕਿੱਧਰ ਜਾਣਗੇ। ਇਸ ਤੇ ਗੱਲਬਾਤ ਕਰਨ ਦੇ ਲਈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜਿਆਣੀ ਸਾਹਿਬ ਸਵਾਗਤ ਹੈ। ਸਤਿ ਸ੍ਰੀ ਅਕਾਲ। ਜਿਆਣੀ ਸਾਹਿਬ, ਵੱਡਾ ਨੁਕਸਾਨ ਹੋ ਰਿਹਾ ਇੱਕ ਤਾਂ ਪਹਿਲਾਂ ਇਕਨੋਮਿਕਲ ਜਿੰਨਾ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ ਹੁਣ ਤੱਕ ਕਰੋੜਾਂ ਦਾ ਨੁਕਸਾਨ ਹੋ ਗਿਆ। ਇਹ ਨੁਕਸਾਨ ਖੈਰ ਠੀਕ ਹੈ, ਸੱਦਾ ਆ ਗਿਆ, ਪਰ ਜਿਹੜੇ ਇਕੋਨੋਮਿਸਟ ਨੇ ਜਾਂ ਕੁਝ ਚਿੰਤਕ ਲੋਕ ਨੇ ਉਹ ਕਹਿ ਰਹੇ ਵੀ ਕੇਂਦਰ ਸਰਕਾਰ ਕਿਉਂ ਨੁਕਸਾਨ ਕਰਾ ਰਹੀ ਹੈ, ਇਹਦੇ ਨਾਲ ਬਹਿ ਕੇ ਗੱਲ ਹੀ ਕਿਉਂ ਨਹੀਂ ਕਰਦੇ। ਨਹੀਂ, ਕੇਂਦਰ ਸਰਕਾਰ ਗੱਲ ਕਰਨ ਨੂੰ ਤਿਆਰ ਹੈ। ਪਹਿਲੇ ਚਿੱਠੀ ਲਿਖੀ ਸੀ, ਉਹਦੇ ਵਿੱਚ ਕਿੰਤੂ ਪਰੰਤੂ ਜੋ ਇਹਨਾਂ ਨੂੰ ਠੀਕ ਨਹੀਂ ਲੱਗੀ, ਅਸੀਂ ਫਿਰ ਦੁਬਾਰਾ ਸਾਡੀ ਕਮੇਟੀ ਜਿਹੜੀ ਪੰਜਾਬ 'ਚ ਬਣਾਈ ਹੈ, ਅਸੀਂ ਫਿਰ ਗੱਲ ਸ਼ੁਰੂ ਕੀਤੀ। ਇਹਨਾਂ ਨੇ ਚਿੱਠੀ ਕਿਹਾ ਵੀ ਸੈਕਟਰੀ ਚਿੱਠੀ ਲਿਖੀ ਹੈ, ਤਾਂ ਅਸੀਂ ਇਹਨਾਂ ਨੂੰ ਕਿਹਾ ਪ੍ਰੋਟੋਕੋਲ ਦੇ ਸਾਹਮਣੇ ਸੈਕਟਰੀ ਹੀ ਚਿੱਠੀ ਲਿਖਦਾ। ਤਾਂ ਫਿਰ ਸੈਕਟਰੀ ਨੇ ਹੁਣ ਚਿੱਠੀ ਲਿਖੀ ਹੈ, ਉਹਦੇ ਵਿੱਚ ਬੜੇ ਅੱਛੇ ਸ਼ਬਦ ਲਿਖੇ ਹੈ ਕਿ ਸੈਂਟਰ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ ਵਾਲੇ ਬੜੀ ਉਤਸੁਕ ਹੈ। ਇਹ ਤੋਂ ਅੱਛਾ ਸ਼ਬਦ ਨਹੀਂ ਹੋ ਸਕਦਾ ਵੀ ਗੱਲਬਾਤ। ਹੁਣ ਦੱਸ, ਹੁਣ ਮੈਂ ਕੋਈ ਗੱਲ ਕਰਾਂ ਉਹ ਠੀਕ ਨਹੀਂ ਹੈ। ਅਸੀਂ ਕਿਸਾਨਾਂ ਨਾਲ ਕਦੇ ਬਹਿਸ ਨਾ ਕਰਨੀ ਉਚਿਤ ਕਿਸਾਨ ਅੰਨਦਾਤਾ ਹੈ। ਅਸੀਂ ਬਹਿਸ ਕਰ ਸਕਦੇ ਹਾਂ, ਕਿਸੇ ਪਾਰਟੀ ਨਾਲ ਕਰ ਸਕਦੇ ਹਾਂ, ਕਾਂਗਰਸ ਨਾਲ ਕਰ ਸਕਦੇ ਹਾਂ, ਆਮ ਆਦਮੀ ਨਾਲ ਕਰ ਸਕਦੇ ਹਾਂ, ਅਕਾਲੀ ਨਾਲ ਕਰ ਸਕਦੇ ਹਾਂ, ਇਹ ਨਾਲ ਬਹਿਸਬਾਜ਼ੀ ਅਸੀਂ ਕਰ ਸਕਦੇ ਹਾਂ। ਕਿਸਾਨ ਨਾਲ ਸਾਡੀ ਕਦੀ ਬਹਿਸਬਾਜ਼ੀ ਹੈ। ਅਸੀਂ ਤਾਂ ਕਿਸਾਨ ਦੇ ਹੱਕ ਵਿੱਚ ਔਰ ਉਹਨਾਂ ਦੀ ਸੇਵਾ ਦੇ ਵਿੱਚ ਸਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੇ ਬਣਾਈ ਸੀ। ਅਸੀਂ ਸਾਰੇ ਜਥੇਬੰਦੀਆਂ ਨਾਲ ਗੱਲ ਕੀਤੀ। ਪਹਿਲਾਂ ਚਿੱਠੀ ਆਈ, ਹੁਣ ਦੂਜੀ ਚਿੱਠੀ ਜਿਹੜੀ ਹੈ ਤੁਹਾਨੂੰ ਮੈਂ ਦੱਸਿਆ ਇਸ ਪ੍ਰਕਾਰ ਆਈ ਹੈ। ਤਾਂ ਮੇਰੀ ਪ੍ਰਾਰਥਨਾ ਹੈ ਕਿ ਇਹ ਜਾਣ ਔਰ ਆਪਣੀ ਗੱਲ ਉੱਥੇ ਬੜੀ ਜ਼ੋਰ ਨਾਲ ਜਿਹੜੀ ਹੈ ਉਹ ਰੱਖਣ। ਸੈਂਟਰ ਸਰਕਾਰ ਦੀ ਨੀਅਤ ਸਾਫ਼ ਹੈ, ਨੀਅਤ ਮਾੜੀ ਨਹੀਂ ਹੈ। ਕਿਸਾਨ ਦਾ ਭਲਾ ਕਰਨਾ ਚਾਹੁੰਦੇ ਆ, ਕਿਸਾਨ ਦਾ ਆਮਦਨ ਜਿਹੜੀ ਹੈ ਉਹਦੇ ਵਿੱਚ ਵਾਧਾ ਕਰਨਾ ਚਾਹੁੰਦੇ ਆ, ਪੰਜਾਬ ਨੂੰ ਖੁਸ਼ਹਾਲ, ਕਿਸਾਨ ਨੂੰ ਖੁਸ਼ਹਾਲ ਔਰ ਦੇਸ਼ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ। ਕੋਈ ਵੀ ਪਾਰਟੀ ਨਹੀਂ ਚਾਹੁੰਦੀ ਕਿ ਸਾਡੀ ਮੁਰਦਾਬਾਦ ਹੋ। ਹਰ ਇੱਕ ਪਾਰਟੀ ਚਾਹੁੰਦੀ ਹੈ ਸਾਡਾ ਗ੍ਰਾਫ ਵਧੇ ਘਟੇ ਨਾ। ਇਸ ਕਰਕੇ ਅਸੀਂ ਸਾਰੇ ਲੋਕ ਕੰਮ ਕਰਦੇ ਹਾਂ ਔਰ ਕੰਮ ਕਰ ਰਹੇ। ਸਾਡੇ ਮੋਦੀ ਸਾਹਿਬ ਜਿਹੜੇ ਹੈ ਉਹ ਬਾਕੀ ਪ੍ਰਧਾਨ ਮੰਤਰੀ ਨਹੀਂ, ਸੇਵਾਦਾਰ ਹੈ। ਔਰ ਅੱਜ ਤੱਕ 6 ਸਾਲ ਦੇ ਕਾਰਿਆਕਾਲ 'ਚ ਉਹਨਾਂ 'ਚ ਕਿਸੇ ਤਰ੍ਹਾਂ ਦਾ ਕੋਈ ਐਲੀਗੇਸ਼ਨ ਕਰਪਸ਼ਨ ਦਾ ਉਹ ਨਹੀਂ ਹੈਗਾ। ਤਾਂ ਮੇਰੀ ਪ੍ਰਾਰਥਨਾ ਹੈ ਕਿ ਜਥੇਬੰਦੀਆਂ ਜਿਹੜੀਆਂ ਜਾਣ, ਆਪਣੀ ਕਿਸਾਨੀ ਨੂੰ ਗੱਲ ਰੱਖਣ ਔਰ ਕਿਸਾਨਾਂ ਦਾ ਭਲਾ ਲੈ ਕੇ ਆਉਣ। ਜਿਹੜੀ ਤੁਸੀਂ ਨੁਕਸਾਨ ਦੀ ਗੱਲ ਕਰਦੇ ਹੋ, ਦੇਖੋ ਨੁਕਸਾਨ ਸਰਕਾਰ ਦਾ ਵੀ ਹੈ। ਸਰਕਾਰ ਦਾ ਅਗਰ ਨੁਕਸਾਨ ਹੈ ਤਾਂ ਸਾਡਾ ਆਪਣਾ ਨੁਕਸਾਨ ਹੈ। ਸਰਕਾਰ ਕੋਈ ਕਿਸੇ ਦੀ ਹੋਰ ਨਹੀਂ ਹੈ, ਸਰਕਾਰ ਸਾਡੀ ਹੈ। ਕਦੇ ਵੇਲਾ ਸੀ ਅਸੀਂ ਸਰਕਾਰ ਦੇ ਉਲਟ ਹੁੰਦੇ ਸੀ, ਉਹ ਸਰਕਾਰ ਅੰਗਰੇਜ਼ਾਂ ਦੀ ਸੀਗੀ। ਅੱਜ ਸਰਕਾਰ ਸਾਡੇ ਆਪਣੇ ਹੱਥੋਂ ਬਣਾਈ ਹੋਈ ਸਰਕਾਰ, ਆਪਣੀ ਸਰਕਾਰ ਹੈ। ਅੱਜ ਅਗਰ ਸਰਕਾਰ ਦਾ ਨੁਕਸਾਨ ਹੈ, ਸਾਡਾ ਨੁਕਸਾਨ ਹੈ। ਅੱਜ ਅਗਰ ਯੂਰੀਆ ਨਹੀਂ ਆਏਗੀ, ਕਣਕ ਲੇਟ ਹੋਏਗੀ, ਕਿਸਾਨ ਦਾ ਨੁਕਸਾਨ ਹੈ। ਅੱਜ ਅਗਰ ਕੋਇਲਾ ਨਹੀਂ ਆਏਗਾ, ਅਗਰ ਬਿਜਲੀ ਨਹੀਂ ਜਾਏਗੀ ਤਾਂ ਬਿਜਲੀ ਦੇ ਬਗੈਰ ਤਾਂ ਅੱਜ ਕੁਛ ਵੀ ਕੰਮ ਨਹੀਂ ਹੋਇਆ। ਡੰਗਰ ਵੀ ਭੁੱਖੇ ਮਰਨਗੇ ਕਿਉਂਕਿ ਕੁੱਤਰਾ ਵੀ ਜਿਹੜਾ ਹੈ ਬਿਜਲੀ ਨਾਲ ਹੁੰਦਾ ਹੈ। ਡੇਅਰੀਆਂ 'ਚ ਦੁੱਧ ਵੀ ਬਿਜਲੀ ਨਾਲ ਕੱਢਿਆ ਜਾਣਾ ਹੈ, ਰਿੜਕਣਾ ਵੀ ਉਹਦੇ ਨਾਲ ਹੁੰਦਾ ਹੈ। ਬਿਜਲੀ ਨਾਲ ਆਰਾਮ ਔਰ ਸਾਰਾ ਹੁੰਦਾ ਹੈ। ਬਿਜਲੀ ਨਾਲ ਟਿਊਬਵੈੱਲ ਪਾਣੀ ਵੀ ਚੱਲਦਾ ਹੈ। ਸਾਰਾ ਕੰਮ ਅੱਜ ਬਿਜਲੀ ਨਾਲ ਜੁੜ ਚੁੱਕਿਆ। ਤਾਂ ਉਹਦੇ ਵਿੱਚ ਹਰੇਕ ਨੂੰ ਨੁਕਸਾਨ ਹੈ, ਇਹਦੇ ਵਿੱਚ ਨਹੀਂ ਹੈ। ਸ਼ਹਿਰਾਂ ਦੇ ਵਿੱਚ ਵੀ ਬਿਜਲੀ ਦਾ ਨੁਕਸਾਨ ਸਭ ਦਾ, ਸਰਕਾਰ ਦਾ ਨਹੀਂ, ਸਾਡਾ ਨੁਕਸਾਨ ਹੈ। ਇਸ ਕਰਕੇ ਜਥੇਬੰਦੀਆਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਸੰਘਰਸ਼ ਤੋਂ ਹਟ ਕੇ ਆਓ ਆਪਾਂ ਗੱਲ ਕਰੀਏ। ਟ੍ਰੇਨਾਂ ਨੂੰ ਚੱਲਣ ਦਿਓ,
ਸਾਰੀ ਰੇਲ ਬੱਸਾਂ ਨੂੰ ਚੱਲਣ ਦਿਓ, ਸਭ ਸਾਧਨ ਨੂੰ ਚੱਲਣ ਦਿਓ। ਆਪਾਂ ਸਰਕਾਰ ਨਾਲ ਗੱਲ ਕਰਦੇ ਹਾਂ, ਸਰਕਾਰ ਤੁਹਾਡੇ ਵਾਸਤੇ ਤਿਆਰ ਬੈਠੀ ਹੈ, ਜਾ ਕੇ ਗੱਲ ਕਰਨ। ਅੱਛਾ, ਇਹ ਜਿਹੜੀ ਗੱਲਬਾਤ ਹੈ ਉਹਦਾ ਦਾਇਰਾ ਫਿਰ ਕਿੱਥੋਂ ਕੁ ਤੱਕ ਹੋਊਗਾ ਜਾਨੀ ਸਾਹਿਬ, ਕਿਉਂਕਿ ਤੁਸੀਂ ਕਮੇਟੀ ਦੇ ਚੇਅਰਮੈਨ ਬਣਾਏ ਗਏ, ਤੁਹਾਡੇ ਕੋਲ ਹੋਣਗੀਆਂ ਸੂਚਨਾਵਾਂ ਇੱਦਾਂ ਦੀਆਂ, ਜਾਂ ਸਰਕਾਰ ਦਾ ਨਜ਼ਰੀਆ ਕੀ ਹੈ ਹੁਣ ਇਸ ਕਾਨੂੰਨ ਤੇ? ਕੀ ਸਰਕਾਰ ਉਹ ਜਿਹੜੀ ਇੱਕ ਤਾਂ ਕਲੌਜ਼ ਮੰਗ ਰਹੇ ਵੀ MSP ਜ਼ਰੂਰੀ ਕਰ ਦਿਓ ਪ੍ਰਾਈਵੇਟ ਪਲੇਅਰ ਦੇ ਲਈ ਵੀ, ਉੱਥੋਂ ਤੱਕ ਜਾ ਸਕਦੀ ਹੈ ਗੱਲ ਕਿ ਨਹੀਂ ਜਾਣੀ? ਦੇਖੋ ਗੱਲ ਹੈ, ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਨਾ ਹੀ ਮੈਨੂੰ ਕਰਨੀ ਚਾਹੀਦੀ ਹੈ। ਜਥੇਬੰਦੀਆਂ ਜਾਣ, ਜਿਹੜੀ ਚੀਜ਼ ਕਰਾਣੀ ਉੱਥੇ ਮੰਗਣ। ਜੇ ਹੋਣ ਵਾਲੀ ਗੱਲ 1 ਮਿੰਟ 'ਚ ਕਰ ਦੇਣਗੇ, ਜੇ ਨਹੀਂ ਹੋਣ ਵਾਲੀ ਗੱਲ ਹੋਈ, ਜਿੱਥੇ ਜੇ ਅਗਰ ਕੋਈ ਦੇਸ਼ ਨੂੰ ਨੁਕਸਾਨ ਹੋਏਗਾ, ਅਗਰ ਕਿਸੇ ਸੂਬੇ ਨੂੰ ਨੁਕਸਾਨ ਹੋਏਗਾ, ਤਾਂ ਉਹ ਉਹਨਾਂ ਨੂੰ ਸਮਝਾ ਦੇਣ, ਉਹ ਉਹਨਾਂ ਨੂੰ ਸਮਝਾਣ। ਅਗਰ ਟੇਬਲ ਤੇ ਗੱਲਬਾਤ ਹੋਏਗੀ ਨਾ, ਉੱਥੇ ਜਾ ਕੇ ਆਪ ਹੀ ਰੱਖ ਦੇਣ ਅਸੀਂ ਆਹ ਚੀਜ਼ ਚਾਹੁੰਦੇ ਹਾਂ, ਉਹਦੇ ਵਿੱਚ ਕਿਸਾਨ ਹਿੱਤ ਦੀ ਗੱਲ ਜਿਹੜੀ ਹੈ ਉਹ ਮਨਾ ਹੋਏਗੀ ਨਹੀਂ। ਇਹ ਮੈਂ ਤੁਹਾਨੂੰ ਗਰੰਟੀ ਦਿੰਦਾ। ਉੱਥੇ ਮੰਤਰੀ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਨੇ ਕਿਹਾ, ਅਗਰ ਕੋਈ ਕਹੇ ਕੋਈ ਮਜ਼ਾਕ ਵਾਸਤੇ ਚਿੱਠੀ ਥੋੜੀ ਲਿਖੀ ਜਾਂਦੀ ਹੈ। ਅਸੀਂ ਕਿਸਾਨ ਇੱਥੇ ਸੀ ਆ, ਅਸੀਂ ਕਿਸਾਨਾਂ ਵਾਸਤੇ ਕੀਤਾ ਹੈ। ਅਸੀਂ ਕਿਸਾਨਾਂ ਵਾਸਤੇ ਅਗਰ ਕਿਸੇ ਨੇ ਕਰਨਾ ਹੈ ਤਾਂ ਭਾਰਤੀ ਜਨਤਾ ਪਾਰਟੀ ਨੇ ਕਰਨਾ ਹੈ, ਕਾਂਗਰਸ ਨੇ ਕਦੇ ਕੁਝ ਨਹੀਂ ਕਰਨਾ। ਅਗਰ ਕੋਈ ਪਬਲਿਕ ਅੱਜ ਕੋਈ ਕਿਸਾਨ ਜਥੇਬੰਦੀ ਬਾਰੀਕੀ ਨਾਲ ਦੇਖੇ, 70 ਸਾਲ ਦਾ ਇਤਿਹਾਸ ਉਠਾ ਕੇ, ਕਿਹਨੇ ਕੰਮ ਕੀਤਾ ਕਿਹਨੇ ਨਹੀਂ ਕੀਤਾ, ਨਜ਼ਰ ਆਏਗਾ ਸਾਫ਼। ਭਾਰਤੀ ਜਨਤਾ ਪਾਰਟੀ ਨੇ ਦੇਸ਼ ਵਾਸਤੇ ਵੀ, ਸੂਬੇ ਵਾਸਤੇ ਵੀ, ਕਿਸਾਨਾਂ ਵਾਸਤੇ ਵੀ, ਸਭ ਵਾਸਤੇ ਕੰਮ ਕੀਤਾ। ਕਾਂਗਰਸ ਨੇ ਕਦੇ ਕੰਮ ਨਹੀਂ ਕੀਤਾ। ਜੇ ਅਗਰ MSP ਦੀ ਗੱਲ ਕरें, ਸਭ ਤੋਂ ਜ਼ਿਆਦਾ ਫਸਲਾਂ ਜਿਹੜੀ ਹੈ ਸਾਡੀ ਸਰਕਾਰ ਨੇ ਖਰੀਦੀ ਹੈ। 50 ਗੁਣਾ ਜ਼ਿਆਦਾ ਕਾਂਗਰਸ ਦੇ ਲੋਕਾਂ ਤੋਂ। ਅੱਜ ਰੇਟ ਦੇਖੋ ਤਾਂ ਰਿਕਾਰਡ ਦੇ ਵਿੱਚ ਸਾਰਾ ਤੁਸੀਂ ਦੇਖ ਸਕਦੇ ਹੋ, ਇਹਦੇ ਕੋਈ ਦੁਆਰਾ ਨਹੀਂ ਹੈ। ਪਰ ਇਹ ਗੱਲਾਂ ਕਰਨ ਦਾ ਫਾਇਦਾ ਨਹੀਂ ਹੈ। ਇੱਕੋ ਹੀ ਰਿਕੁਐਸਟ ਹੈ ਕਿ ਬੜਾ ਸੁਨਹਿਰੀ ਮੌਕਾ ਹੈ ਕਿਸਾਨਾਂ ਵਾਸਤੇ, ਜਥੇਬੰਦੀਆਂ ਵਾਸਤੇ ਔਰ ਸਰਕਾਰ ਵਾਸਤੇ। ਜਾਣ, ਗੱਲਬਾਤ ਕਰਨ ਔਰ ਫੈਸਲਾ ਕਰਨ ਔਰ ਖੁਸ਼ੀ। ਤੁਸੀਂ ਕਹਿ ਰਹੇ ਹੋ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਚੀਜ਼ਾਂ ਅਸੀਂ ਕਰਨ ਜਾ ਰਹੇ ਹਾਂ, ਪਰ ਉਹੀ ਸਵਾਲ ਜਿਹੜਾ ਵਾਰ-ਵਾਰ ਕਿਸਾਨ ਉਠਾਉਂਦੇ ਆ ਵੀ ਸਾਡੇ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ, ਸਾਡੇ ਹੱਕ 'ਚ ਜਿਹੜੀ ਚੀਜ਼ ਸਾਡੇ ਤੋਂ ਪੁੱਛ ਲੈਂਦੇ। ਫਿਰ ਦੂਜੀ ਗੱਲ, ਤੁਹਾਡੇ ਜਿਹੜੇ ਭਾਈਵਾਲ ਸੀਗੇ ਉਹਨਾਂ ਨੂੰ ਵੀ ਨਹੀਂ ਲੱਗਿਆ ਵੀ ਇਹ ਹੱਕ ਦੀ ਗੱਲ ਹੈ। ਦੇਖੋ ਗੱਲ ਹੈ, ਕਦੇ ਵੀ ਕੋਈ ਸਰਕਾਰ ਸੈਂਟਰ ਕਾਨੂੰਨ ਬਣਾਉਂਦੀ ਹੈ ਤੇ ਲੋਕਾਂ 'ਚ ਤੋੜੀ ਜਾਂਦੀ, ਆਪ ਤੋੜੀ ਜਾਂਦੀ ਹੈ। ਮੁੱਖ ਮੰਤਰੀ ਜਾਂਦੇ ਮੀਟਿੰਗ 'ਚ, ਮੁੱਖ ਮੰਤਰੀ ਨੇ ਦੇਖਣਾ ਸੂਬੇ ਦਾ ਕਾਹਦੇ ਵਿੱਚ ਹੱਕ ਹੈ ਕਾਹਦੇ ਵਿੱਚ ਨਹੀਂ ਹੈ। ਤੇ ਇੱਥੇ ਤਾਂ ਸਰਕਾਰ ਕਾਂਗਰਸ ਦੀ ਸੀ। ਇਹ ਜਿਹੜਾ ਹੈ ਮੰਡੀਆਂ ਦਾ ਮਤਾ ਤਾਂ ਕਾਂਗਰਸ ਨੇ ਆਪ ਪਾਸ ਕੀਤਾ ਵਿਧਾਨ ਸਭਾ 'ਚ, ਤੇ ਇਹ ਗੱਲ ਨਹੀਂ ਹੈ। ਤਾਂ ਉੱਥੇ ਮੀਟਿੰਗ 'ਚ ਸੱਦਿਆ, ਇੱਕ ਆਪ ਦੀ ਰਾਏ ਦੇ ਕੇ ਆਏ ਉੱਥੇ। ਅੱਜ ਇਹ ਜਿਹੜੇ ਹੈ ਇਸ ਚੀਜ਼ ਤੋਂ ਭਗਦੇ ਹੈ। ਮੈਂ ਇੱਕ ਕਿਸੇ ਕਾਂਗਰਸ ਦੇ MLA ਨਾਲ ਗੱਲ ਕੀਤੀ, ਖੁਦ ਮੈਂ ਤੁਹਾਨੂੰ ਮੈਂ ਅੱਜ ਦੱਸਣਾ ਚਾਹੁੰਦਾ। ਮੈਂ ਕਿਹਾ ਭਾਈ ਸਾਹਿਬ ਸਾਡਾ ਮਿੱਤਰ ਵੀ ਹੈ, ਆ ਥੋੜਾ ਕੁਝ ਪਾਰਟੀ 'ਚ ਹੋਣਾ ਜਾਂ ਕੋਈ ਦੁਸ਼ਮਣੀ ਥੋੜੀ ਹੁੰਦੀ ਹੈ। ਮੈਂ ਭਾਈ ਸਾਹਿਬ ਸਹੀ ਦੱਸੋ ਇਹ ਹੈ ਕੀ? ਉਹ ਕਹਿੰਦਾ ਭਾਈ ਇਹ ਤਾਂ ਅਸੀਂ ਵੀ ਲੈ ਕੇ ਆਉਣਾ ਚਾਹੁੰਦਾ ਸੀ, ਇਹ ਮੋਦੀ ਲਿਆਇਆ। ਜੇ ਇਹ ਪਾਸ ਹੋ ਗਿਆ, ਇਹ ਕਾਨੂੰਨ ਲਾਗੂ ਹੋ ਗਿਆ, ਤੇ ਮੋਦੀ ਸਾਡੇ ਕੋਲ 40 ਸਾਲ ਹੀ ਸੀਟ ਤੋਂ ਨਹੀਂ ਲੈਂਦਾ। ਬੋਲੋ ਇੱਕ ਗੱਲ ਵਜ੍ਹਾ ਲੋਕਾਂ ਨੂੰ ਫਾਇਦਾ ਹੋਵੇਗਾ। ਫੀਲਡ 'ਚ ਜਦੋਂ ਚੀਜ਼ ਚਾਲੂ ਹੋਏਗੀ, ਕਿਸਾਨ ਖੁਸ਼ਹਾਲ ਹੋਏਗਾ, ਇਹਦਾ ਫਾਇਦਾ ਮਿਲੇਗਾ। ਇਹ ਗੱਲ ਤੁਸੀਂ ਮਤਲਬ ਐਡੇ ਵਿਸ਼ਵਾਸ ਦੇ ਨਾਲ ਕਿਵੇਂ ਕਹਿ ਰਹੇ ਹੋ ਵੀ ਕਿਸਾਨ ਨੂੰ ਫਾਇਦਾ ਹੋਊਗਾ? ਕਿਸਾਨ ਕਹਿੰਦੇ ਸਾਨੂੰ ਹੋਣਾ ਨਹੀਂ। ਮਤਲਬ ਫਰਕ ਕਿੱਥੇ ਹੈ ਜਾਨੀ ਸਾਹਿਬ? ਆਪਾਂ ਉਹੀ ਸਮਝਣਾ ਚਾਹ ਰਹੇ, ਫਰਕ ਹੈ ਕਿੱਥੇ? ਕਿਸਾਨ ਕਹਿੰਦਾ ਮੈਨੂੰ ਫਾਇਦਾ ਨਹੀਂ ਹੋਣਾ, ਸਰਕਾਰ ਕਹਿ ਰਹੀ ਹੋਊਗਾ। ਸਮਝਾਇਆ ਕਿਉਂ ਨਹੀਂ ਜਾ ਰਿਹਾ? ਕਿਸਾਨ ਨੂੰ ਦੱਸਿਆ ਕੀ ਜਾ ਰਿਹਾ ਸਟੇਜ ਦੇ ਉੱਤੇ? ਆ ਦੱਸੋ ਤੁਸੀਂ ਕਿਉਂ ਨਹੀਂ ਦੱਸ ਪਾ ਰਹੇ? ਮੈਂ ਤੁਹਾਨੂੰ ਦੱਸਾਂ, ਦੇਖੋ ਮੈਨੂੰ ਤਾਂ ਜਲਸੇ ਤੋਂ ਨਾ ਜਾਣ ਦਿੰਦੇ, ਨਾ ਮੈਂ ਜਾਵਾਂ, ਸਿੱਧੀ ਗੱਲ ਹੈ। ਮੀਡੀਆ ਰਾਹੀਂ ਸਾਨੂੰ ਪਤਾ ਲੱਗਦਾ ਨਾ, ਉਹਨਾਂ ਦਾ ਅੱਛੇ ਤੋਂ ਅੱਛਾ ਕਈ ਵਕਤਾ ਬੋਲਦੇ ਨੇ, ਸਾਡੀਆਂ ਜ਼ਮੀਨਾਂ ਹੜਪ ਲੈਣਗੇ, ਵੱਡੇ ਘਰਾਣੇ ਆਣਗੇ। ਦੱਸੋ ਤੇ ਜ਼ਮੀਨਾਂ ਦਾ ਕਿੱਥੇ ਮਸਲਾ ਹੈ? ਅਸੀਂ ਲੇਬਰ ਬਣ ਕੇ ਕੰਮ ਕਰਾਂਗੇ, ਸਾਡੀ ਜ਼ਮੀਨਾਂ ਤੇ ਕਰਜ਼ੇ ਲੈ ਲੈਣਗੇ। ਉਹ ਜ਼ਮੀਨ ਸਾਡੀ ਤੇ ਕਰਜ਼ੇ ਕਿਵੇਂ ਲੈ ਲੈਣਗੇ ਜੀ? ਕਿਸ ਤਰ੍ਹਾਂ ਦੀ ਗੱਲ ਕੀਤੀ? ਇਹ ਤੁਸੀਂ ਚੰਗੀ ਗੱਲ ਕੀਤੀ। ਇਹ ਵੀ ਸਵਾਲ ਉੱਠ ਰਿਹਾ, ਅਕਸਰ ਧਰਨਿਆਂ ਦੇ ਵਿੱਚ ਲੋਕ ਗੱਲ ਕਰ ਰਹੇ ਆ ਕਿ ਜਿਹੜੀ ਪ੍ਰਾਈਵੇਟ ਕੰਪਨੀ ਤੁਹਾਡੇ ਕਲਸਟਰ ਬਣ ਗਿਆ ਮੰਨ ਲਓ ਪਿੰਡ ਦੇ ਵਿੱਚ, ਔਰ ਕੰਟਰੈਕਟ ਤੇ ਜ਼ਮੀਨ ਲੈ ਲਈ, ਉਸ ਤੋਂ ਬਾਅਦ ਜਿਹੜੀ ਕੰਟਰੈਕਟ ਤੇ ਜ਼ਮੀਨ ਹੀ ਲੈਣੀ, ਫਸਲ ਹੋਏਗੀ। ਜ਼ਮੀਨ ਦਾ ਕੋਈ ਲੈਣਾ ਦੇਣਾ ਨਹੀਂ, ਐਗਰੀਮੈਂਟ ਤੇ ਜ਼ਮੀਨ ਦਾ ਕੋਈ ਮਤਲਬ, ਫਸਲ ਦਾ ਮਤਲਬ ਹੈ। ਪਰ ਉਹ ਕਹਿੰਦੇ ਵੀ ਜਦੋਂ ਉੱਥੇ ਜਿਹੜੀ ਫਸਲ ਹੋਊਗੀ ਨਾ, ਮੰਨ ਲਓ ਅੰਗੂਰਾਂ ਦਾ ਬਾਗ ਲਾਉਣਾ ਹੈ ਕਿਸੇ ਨੇ, ਜੀ ਕੰਟਰੈਕਟ ਤੇ ਲੈ ਲਿਆ 100 ਕਿੱਲਾ ਜ਼ਮੀਨ ਦਾ, ਉੱਥੇ ਪੋਲ ਖੜੇ ਕਰਨੇ ਆ, ਤਾਰਾਂ ਲਾਉਣੀਆਂ, ਹੋਰ ਟੈਕਨੀਕਲ ਜਿੰਨਾ ਇਕਵਿਪਮੈਂਟ ਚਾਹੀਦਾ ਹੈ, ਉਹਦੇ ਲਈ ਜਿਹੜੀ ਪ੍ਰਾਈਵੇਟ ਕੰਪਨੀ ਉਹ ਲੋਨ ਕਰਾ ਸਕਦੀ ਹੈ ਔਰ ਉਸ ਜ਼ਮੀਨ ਤੇ ਕਰਾ ਸਕਦੀ ਹੈ। ਨਹੀਂ, ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੀ। ਕਾਨੂੰਨ ਪੜ੍ਹ ਲਓ। ਜੇ ਅੰਗਰੇਜ਼ੀ ਗੱਲ ਹੈ ਤਾਂ ਬਹੁਤ ਮਾੜੀ ਗੱਲ ਹੈ ਨਹੀਂ। ਮੈਂ ਪੜ੍ਹਿਆ, ਵਕੀਲਾਂ ਤੋਂ ਪੜ੍ਹਾ ਕੇ ਦੇਖਿਆ, ਇੱਕ ਹੀ ਲਾਈਨ ਪੜ੍ਹੀ। ਨਹੀਂ, ਜ਼ਮੀਨ ਦਾ ਤਾਂ ਮਤਲਬ ਨਹੀਂ, ਫਸਲ ਦਾ ਹੈ ਖਾਲੀ। ਉਹ ਵੀ ਕਿਸਾਨ ਦੀ ਮਰਜ਼ੀ ਹੈ, ਤੁਹਾਨੂੰ ਠੀਕ ਲੱਗੇ ਤਾਂ ਕਰੋ, ਨਹੀਂ ਠੀਕ ਲੱਗੇ ਤਾਂ ਨਾ ਕਰੋ, ਆਪ ਖੇਤੀ ਕਰ ਲਓ, ਉਹਦੇ ਕੋਈ ਬੈਨ ਨਹੀਂ। ਇਸ ਤਰ੍ਹਾਂ ਦੀ ਗੱਲਾਂ ਅਫਵਾਹਾਂ ਫਿਲਾ ਕੇ ਕੁਝ ਹੈ ਲੋਕ, ਕੁਝ ਗੱਲਾਂ ਜਿਹੀਆਂ ਮਾਈਕ ਤੇ ਜਾਂ ਮੀਡੀਆ ਤੇ ਨਹੀਂ ਕਹੀ ਜਾਂਦੀ, ਸ਼ੋਭਾ ਵੀ ਨਹੀਂ ਦਿੰਦੀ, ਪਰ ਗੱਲਾਂ ਜਿਹੜੀ ਫੀਲਡ ਦੇ ਵਿੱਚ ਹੈ, ਤੁਹਾਡੇ ਤੋਂ ਮੇਰੇ ਤੋਂ ਕਿਸੇ ਤੋਂ ਛੁਪੀ ਨਹੀਂ ਹੈ। ਅਸਲ ਗੱਲ ਤੋਂ ਛੁਪਾ ਕੇ ਗੱਲਾਂ ਕੁਝ ਹੋਰ ਤਰ੍ਹਾਂ ਦੀ ਕੀਤੀਆਂ ਜਾਂਦੀਆਂ, ਜਿਹਦੇ ਵਿੱਚ ਕਾਨੂੰਨ ਦੇ ਵਿੱਚੋਂ ਗੱਲ ਨਹੀਂ ਆਉਂਦੀ। ਤਾਂ ਮੇਰੀ ਪ੍ਰਾਰਥਨਾ ਹੈ ਕਿ ਉੱਥੇ ਜਾਣ, ਜਿੰਨੀ ਵੀ ਗੱਲਾਂ ਸਾਰੀ ਉੱਥੇ ਖੁੱਲ੍ਹ ਕੇ ਕਰਨ,
ਉੱਥੇ ਜਿਹੜੀ ਗੱਲ ਹੈ ਉਹ ਰਿਕਾਰਡ ਹੁੰਦੀ ਹੈ, ਇਹ ਨਹੀਂ ਹੈ ਕੋਈ ਉੱਥੇ ਮਤਲਬ ਆਪਾਂ ਕੁਝ ਜ਼ਬਾਨੀ ਇੱਕ ਹੀ ਗੱਲ ਦੀ ਰਿਕਾਰਡ ਹੁੰਦੀ ਹੈ, ਇੱਕ ਹੀ ਗੱਲ ਹੁੰਦੀ ਹੈ, ਸਾਰੀ ਗੱਲ ਜਿਹੜੀ ਹੈ ਜੋ ਹਾਂ ਹੋਏਗੀ ਉਹ ਜੇ ਨਾ ਹੋਏਗੀ ਤਾਂ ਉਹਦਾ ਕਾਰਨ ਦੱਸਿਆ ਜਾਏਗਾ ਵੀ ਇਹਦੇ ਵਿੱਚ ਆਹ ਗੱਲ ਹੈ, ਇਹ ਗੱਲ ਹੈ ਤੇ ਜਾਣਾ ਅੱਛਾ, ਇਹ ਜਿਹੜੀ ਕੰਟਰੈਕਟ ਫਾਰਮਿੰਗ, ਕਿਉਂਕਿ ਕੁਝ ਲੋਕ ਕਹਿ ਰਹੇ ਆ, ਕੁਝ ਖੇਤੀ ਦੋ ਰਾਵਾਂ ਨਹੀਂ ਜੀ, ਦਰਅਸਲ ਮੋਟੀ ਗੱਲ ਇਹ ਹੈ, ਕੁਝ ਖੇਤੀ ਮਾਹਿਰ ਕਹਿ ਰਹੇ ਵੀ ਕੰਟਰੈਕਟ ਫਾਰਮਿੰਗ ਦਾ ਫਾਇਦਾ ਵੀ ਹੋ ਸਕਦਾ ਹੈ। ਸਾਊਥ ਦੇ ਵਿੱਚ ਕੁਝ ਕਿਸਾਨ ਨੇ, ਉਹਨਾਂ ਦਾ ਇਹ ਕਹਿਣਾ ਹੈ, ਪਿਛਲੇ ਦਿਨੀ ਇੱਕ ਮਾਹਿਰ ਦੇ ਵੱਲੋਂ ਕਾਨਫਰੰਸ ਕੀਤੀ ਗਈ ਸੀ, ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਇੱਕ 3-4 ਚਿਕਨ ਕੰਪਨੀਆਂ ਆਈਆਂ ਨੇ, ਉਹਨਾਂ ਨੇ ਕੰਟਰੈਕਟ ਤੇ ਪੋਲਟਰੀ ਫਾਰਮ ਖੁਲਾਤੇ ਤੇ ਕਿਸਾਨਾਂ ਦੀ ਆਮਦਨ 5 ਗੁਣਾ ਵਧੀ ਹੈ। ਇੱਕ ਇਹ ਵੀ ਪੱਖ ਹੈ। ਕੁਝ ਲੋਕਾਂ ਦਾ ਇਹ ਪੱਖ ਹੈ ਵੀ ਕੰਟਰੈਕਟ ਫਾਰਮਿੰਗ ਦੇ ਨਾਲ ਜ਼ਮੀਨ ਖੋਹ ਲੈਣੀ ਹੈ। ਹੁਣ ਇਹ ਜਿਹੜੀ ਕੰਟਰੈਕਟ ਫਾਰਮਿੰਗ ਹੈ, ਇਹਦੇ ਨਾਲ ਤੁਹਾਨੂੰ ਕੀ ਲੱਗਦਾ? ਤੁਸੀਂ ਤਾਂ ਆਪ ਕਿਸਾਨ ਹੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੰਟਰੈਕਟ ਫਾਰਮਿੰਗ ਦਾ 80 ਵਿਧਾਨ ਸਭਾ 'ਚ ਜਿਹਦੇ ਵਿੱਚ ਮੈਂ ਵੀ ਮੰਤਰੀ ਸੀ, ਅਕਾਲੀ ਦਲ ਬੀਜੇਪੀ ਨੇ ਕੰਟਰੈਕਟ ਫਾਰਮਿੰਗ ਦਾ 80 ਪਾਸ ਕੀਤੀ ਹੋਈ ਹੈ। ਪੰਜਾਬ 'ਚ ਕੰਟਰੈਕਟ ਫਾਰਮਿੰਗ ਹੋ ਰਹੀ ਹੈ, ਠੇਕੇ ਤੇ ਜਿਹੜੀ ਗੱਲ ਹੋ ਰਹੀ ਹੈ, ਆ ਨਹੀਂ ਕੋਈ ਨਵਾਂ ਨਹੀਂ ਅੱਜ ਹੋਇਆ। ਕੰਟਰੈਕਟ ਫਾਰਮਿੰਗ ਦਾ ਅਸੀਂ ਆਲਰੇਡੀ ਪਾਸ ਕੀਤਾ ਹੋਇਆ ਤੇ ਉਹ ਤਾਂ ਮੋਦੀ ਸਾਹਿਬ ਨੇ ਜਿਹੜਾ ਹੈ ਤੇ ਪਾ ਕੇ ਉਹਦੇ ਕਾਨੂੰਨ ਬਣਾਇਆ। ਦੇਖੋ ਗੱਲ ਸੁਣੋ, ਕਿਸਾਨ ਹਰ ਇੱਕ ਚੀਜ਼ ਲਾ ਸਕਦਾ ਹੈ, ਬੀਜ ਸਕਦਾ ਹੈ। ਕੰਟਰੈਕਟ ਫਾਰਮਿੰਗ ਜਿਹੜੀ ਹੋਈ ਉਹਨੇ ਅਗਾਂਹ 'ਚ ਦੇਖਣਾ ਵੀ ਕਿਹੜੀ ਚੀਜ਼ ਜਿਹੜੀ ਵਿੱਚ ਕਿੱਥੇ ਫਾਇਦਾ, ਮਾਰਕੀਟਿੰਗ ਮੰਡੀ ਦੇ ਹਿਸਾਬ ਨਾਲ, ਮੰਡੀ ਦੇ ਹਿਸਾਬ ਮਾਰਕੀਟਿੰਗ ਕਿਸਾਨ ਨਹੀਂ ਕਰ ਸਕਦਾ। ਹਾਂ, ਮਾਰਕੀਟਿੰਗ ਦਾ ਉਹਨਾਂ ਨੇ ਕਰਨਾ, ਉਹ ਮਾਰਕੀਟਿੰਗ ਜਿਹੜਾ ਫਾਇਦਾ ਹੋਊਗਾ ਤੇ ਕਿਸਾਨ ਨਾਲ ਪਹਿਲੇ ਗੱਲ ਕਰੂਗਾ ਤੇ ਫਿਰ ਹੀ ਹੋਊਗਾ ਨਾ ਜੀ। ਤੇ ਇਹ ਤਰ੍ਹਾਂ ਦੀ ਇਹ ਕੋਈ ਇਹਦੇ ਵਿੱਚ ਨੁਕਸਾਨ ਨਹੀਂ ਹੈ। ਜੇਕਰ ਕੋਈ ਗੱਲ ਹੈ, ਅੱਜ ਮੈਂ ਉਚਿਤ ਨਹੀਂ ਸਮਝਦਾ ਕੋਈ ਗੱਲ ਕਰਾਂ, ਅਸਥਾਈ ਹੈ ਕਿ ਪ੍ਰਾਰਥਨਾ ਹੀ ਹੈ ਕਿ ਮੀਟਿੰਗ 'ਤੇ ਜਾਣ ਔਰ ਉਹ ਆਪਣੀ ਗੱਲ ਉੱਥੇ 14 ਤਾਰੀਖ ਨੂੰ ਰੱਖੇ ਔਰ ਇਹ ਗੱਲ ਜਿਹੜੀ ਹੈ ਹੱਲ ਜਿਹੜਾ ਹੋ। ਅੱਛਾ, ਇੱਕ ਇਹ ਵੀ ਗੱਲ ਉੱਠ ਰਹੀ ਹੈ, ਲੋਕ ਕਹਿੰਦੇ ਕਿ ਜੇ ਕੰਟਰੈਕਟ ਫਾਰਮਿੰਗ ਸਪੋਜ਼ ਕਰੋ ਕਿਸੇ ਇੱਕ ਕਿਸਾਨ ਨੇ ਜ਼ਮੀਨ ਦੇਤੀ ਆਪਣੀ 4 ਕਿੱਲੇ, ਔਰ ਜੇ ਕੰਪਨੀ ਨੂੰ ਲੱਗਿਆ ਕਿ ਮੈਂ ਇੱਥੇ 100 ਕਿੱਲੇ ਦਾ ਕਲਸਟਰ ਬਣਾਉਣਾ ਹੈ, ਤਾਂ ਉਹ ਫਿਰ ਇੱਕ ਡੀਸੀ ਰੂਲਿੰਗ ਦਊਗਾ ਤੇ 100 ਕਿੱਲਾ ਜ਼ਮੀਨ ਦੇਣੀ ਪਊਗੀ ਕਿਸਾਨ ਧੱਕੇ ਨਾਲ। ਨਹੀਂ, ਕੌਣ ਕਹਿੰਦਾ? ਬਿਲਕੁਲ ਨਹੀਂ, ਕੱਲੇ ਕਿਸਾਨ ਦੀ ਮਰਜ਼ੀ ਹੈ, ਕੱਲੇ ਤੇ ਕੋਈ ਡੀਸੀ ਆਰਡਰ ਨਹੀਂ, ਕੋਈ ਰੇਲਵੇ ਲਾਈਨ ਥੋੜੀ ਨਿਕਾਲਣੀ ਹੈ ਜਾਂ ਕੋਈ ਤਾਰਾਂ ਥੋੜੀ ਜਾਣੀ ਹੈ, ਉਹਦਾ ਮਰਜ਼ੀ ਹੈ, ਉਹਦੀ ਠੇਕੇ ਦੇਵੇ ਨਾ ਦੇਵੇ, ਕੋਈ ਬੈਨ ਨਹੀਂ ਇਹਦੇ 'ਚ, ਕੋਈ ਕਾਨੂੰਨ ਦੇ ਵਿੱਚ ਨਹੀਂ ਹੈ। ਇਸੇ ਤਰ੍ਹਾਂ ਦੀ ਅਫਵਾਹ ਜਿਹੜੀ ਫੈਲਾ ਕੇ ਅੱਜ ਜਿਹੜਾ ਹੈ ਕਿਸਾਨਾਂ ਦੇ ਵਿੱਚ ਬੜੇ ਤਰ੍ਹਾਂ ਦੇ ਭਰਮ ਜਿਹੜੇ ਹੈ ਕੁਝ ਲੋਕਾਂ ਨੇ, ਰਾਜਨੀਤਿਕ ਪਾਰਟੀਆਂ ਨੇ ਫਾੜੇ ਹੋਏ ਨੇ। ਇਹ ਗੱਲ ਵੀ ਅਕਸਰ ਧਰਨਿਆਂ ਦੇ ਵਿੱਚ ਹੋ ਰਹੀ ਹੈ, ਕਿਸਾਨ ਵੀ ਇਹ ਸ਼ੰਕਾ ਜ਼ਾਹਿਰ ਕਰ ਰਹੇ ਵੀ ਜੇ ਸਾਡਾ ਇਸ ਤਰੀਕੇ ਦੇ ਨਾਲ ਹੋ ਗਿਆ ਤਾਂ ਕੋਈ ਵੀ ਕੰਪਨੀ ਆ ਕੇ ਸਾਡੀ 100 ਕਿੱਲਾ ਜ਼ਮੀਨ ਲੈ ਲਊਗੀ। ਉਹ ਕਿਸਾਨ ਦੀ ਮਰਜ਼ੀ ਹੈ, ਕਿਸਾਨ ਤੇ ਕੋਈ ਪ੍ਰਤੀਬੰਧ ਨਹੀਂ ਹੈ ਵੀ ਉਹ ਜ਼ਰੂਰ ਦੇਗਾ। ਮੇਰੀ ਮਰਜ਼ੀ ਹੈ, ਮੇਰੇ ਕੋਲ 20 ਕਿੱਲੇ ਜ਼ਮੀਨ ਹੈ, 30 ਕਿੱਲੇ ਜ਼ਮੀਨ ਹੈ, ਮੈਂ ਚਾਹਾਂ ਤਾਂ ਬਿਜਾਵਾਂ, ਨਾ ਚਾਹਾਂ ਤਾਂ ਨਾ ਬਿਜਾਵਾਂ। ਮੈਨੂੰ ਤਾਂ ਉਹਦੇ ਵਿੱਚ ਕੰਟਰੈਕਟ ਫਾਰਮਿੰਗ ਕਰਨ ਵਾਸਤੇ ਸਰਕਾਰ ਨੇ ਮੇਰੇ ਹੱਥ ਮਜ਼ਬੂਤ ਕੀਤੇ, ਵਪਾਰੀ ਤੇ ਅੰਕੁਸ਼ ਲਾਇਆ, ਨਾ ਕਿ ਕਿਸਾਨ ਤੇ ਲਾਇਆ। ਅੱਛਾ, ਇਹਦੇ ਨਾਲ ਇੱਕ ਹੋਰ ਹੈ, ਇੱਕ ਇਹ ਹੈ ਕਿ ਆੜਤੀਆ ਖਤਮ ਹੋ ਜਾਊਗਾ, ਉਹ ਆਪਦੀ ਰੋਜ਼ੀ ਰੋਟੀ ਦਾ ਸਾਧਨ ਕਿੱਧਰ ਲੈ ਕੇ ਜਾਊਗਾ, ਤੇ ਦੂਜਾ ਮਜ਼ਦੂਰ ਹੈ। ਹੁਣ ਜਿਵੇਂ ਲੋਕ ਗੱਲ ਕਰ ਰਹੇ ਹੈਗੇ, ਧਰਨਿਆਂ ਦੇ ਵਿੱਚ ਵੀ ਹੋ ਰਹੀ ਹੈ ਗੱਲ, ਕਹਿੰਦੇ ਕਿ ਇੱਕ ਪ੍ਰਾਈਵੇਟ ਕੰਪਨੀ ਨੇ ਜਿਹੜਾ ਸਾਈਲੋ ਇੱਥੇ ਬਣਾਇਆ ਤੁਹਾਡੇ ਵਾਲੇ ਪਾਸੇ ਹੀ, ਮੋਗੇ ਵਾਲੇ ਪਾਸੇ, ਉੱਥੇ 40 ਲੱਖ ਬੋਰੀ ਜਿਹੜੀ ਕਣਕ ਦੀ ਭੰਡਾਰ ਹੋ ਸਕਦੀ ਹੈ, ਪਰ ਉਹਨੂੰ ਕਰਨ ਦੇ ਲਈ ਸਿਰਫ 10 ਬੰਦੇ, ਮਜ਼ਦੂਰ ਨਹੀਂ ਜ਼ਿਆਦਾ, ਉਹਨਾਂ ਕੋਲ ਮਸ਼ੀਨਰੀ ਇੰਨੀ ਹੈ, ਤਾਂ ਮਜ਼ਦੂਰ ਵੀ ਵਿਹਲਾ ਹੋ ਜੂਗਾ। ਮੇਰੀ ਗੱਲ ਸੁਣੋ, ਅੱਜ ਮੈਂ ਬੜੀ ਫਤਿਹ ਦੀ ਗੱਲ ਤੁਹਾਨੂੰ ਦੱਸਦਾ, ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ। ਮੈਂ ਖੇਤੀ ਕਰਾਂਦਾ ਸੀ, ਖੇਤੀ ਵਾਢੀ ਜਿਹੜਾ ਹੱਥਾਂ ਨਾਲ ਹੁੰਦੀ ਸੀ ਕਣਕ ਦੀ, ਠੀਕ ਹੈ, ਕੰਬਾਈਨ ਮਸ਼ੀਨਾਂ ਆਈਆਂ, ਇਹ ਕਾਮਰੇਟਾਂ ਦੀ ਯੂਨੀਅਨਾਂ ਨੇ ਧਰਨੇ ਲਾਏ ਔਰ ਕਈ ਕੰਬਾਈਨਾਂ ਸਾੜਤੀਆਂ ਕਿ ਵੀ ਸਾਡੀ ਮਜ਼ਦੂਰੀ ਮਰ ਜੂਗੀ। ਇਹ ਕੰਬਾਈਨ ਆ ਗਈ, ਅਸੀਂ ਗਰੀਬ ਕਿੱਥੇ ਰੋਟੀ ਖਾਵਾਂਗੇ, ਕਿੱਥੋਂ ਕਣਕ ਕੱਟਾਂਗੇ? ਦੱਸੋ, ਅੱਜ ਕੋਈ ਮਜ਼ਦੂਰੀ ਕਿਸੇ ਨੂੰ ਮਿਲ ਨਹੀਂ ਰਹੀ, ਸਾਰਿਆਂ ਨੂੰ ਮਜ਼ਦੂਰੀ ਮਿਲ ਰਹੀ ਹੈ। ਇਹ ਕੋਈ ਗੱਲ ਨਹੀਂ ਹੁੰਦੀ, ਮਤਲਬ ਮਜ਼ਦੂਰੀ ਦੀ ਮਜ਼ਦੂਰੀ ਚੱਲਣੀ ਹੈ। ਔਰ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਆੜਤੀਆ ਖਤਮ ਹੋ ਜਾਊਗਾ, ਆੜਤੀਆ ਖਤਮ ਨਹੀਂ ਹੋਊਗਾ, ਜਿਹੜਾ ਵਿਚੋਲੀਆ ਹੈ ਉਹ ਖਤਮ ਹੋਊਗਾ। ਆੜਤੀਆ ਦਾ ਕਮਿਸ਼ਨ ਲੈਣਾ ਹੈ। ਜੇ ਪੰਜਾਬ ਦੇ ਵਿੱਚ ਹੈ, ਪੰਜਾਬ ਦੇ ਵਿੱਚ ਵਿਚੋਲੀਏ ਥੋੜੇ ਹੈ, ਪੰਜਾਬ ਦੇ ਵਿੱਚ ਕਮਿਸ਼ਨ ਹੈ। ਹਰ ਕਮਿਸ਼ਨ ਜਿਹੜਾ ਉਹ ਮਿਹਨਤ ਦਾ ਹੈ, ਕਮਿਸ਼ਨ ਕੋਈ ਉਹ ਨਹੀਂ ਹੈ, ਕਮਿਸ਼ਨ ਮਿਹਨਤ ਦਾ ਹੈ। ਮਿਹਨਤ ਉਹਨੂੰ ਕਿੰਨੀ ਕਰਨੀ ਪੈਂਦੀ ਹੈ ਜੀ? ਉੱਥੇ ਖੜਾ ਰਹਿਣਾ ਪੈਂਦਾ ਹੈ, ਬਾਰਦਾਨਾ ਲੈਣਾ ਪੈਂਦਾ ਹੈ, ਝਰਾਣਾ ਪੈਂਦਾ ਹੈ, ਫਿਰ ਅਗਰ ਕਮੀ ਪੇਸ਼ੀ ਹੈ ਤਾਂ ਉਹਦੀ ਜ਼ਿੰਮੇਵਾਰੀ ਹੈ, ਉਹ ਮਿਹਨਤਨਾਮਾ ਲੈਂਦਾ ਹੈ, ਨਾ ਕਿ ਕੋਈ ਉਹਨੂੰ ਕਹਿ ਦਈਏ ਅਸੀਂ ਇਹ ਵਿਚੋਲੀਆ ਨੇ ਬਾਹਰ ਯੂਪੀ 'ਚ, ਬਿਹਾਰ 'ਚ, ਜਿਹੜੇ ਕਿ ਜਿਹਨਾਂ ਪਿੰਡਾਂ 'ਚ ਬੈਠੇ ਨੇ, ਉਹ ਕਿਸਾਨ ਜਿਹੜੇ ਮਜਬੂਰ ਨੇ। ਉੱਥੇ ਕਿਸਾਨ ਕੀ ਹੈ, ਉਹ ਗੱਡਾ, ਉਹ ਸਾਧਨ ਥੋੜੇ ਨੇ, ਉੱਥੇ ਕੀ ਕਰਦੇ ਹੈ ਕਿ ਫਸਲ ਲੈ ਲੈਂਦੇ ਕਿਸਾਨ ਤੋਂ, ਉੱਥੇ 200 ਰੁਪਏ ਵੇਚਦੇ 800 ਰੁਪਏ। ਵਿਚੋਲੀਏ ਉਹ ਹੈ। ਆੜਤ ਜਿਹੜੀ ਹੈ, ਆੜਤੀਏ ਕਹਿ ਦਈਏ ਜਿਹੜਾ ਕਮਿਸ਼ਨ ਏਜੰਟ ਹੈ, ਉਹ ਕਦੇ ਨਹੀਂ ਖਤਮ ਹੋਣਾ। ਮੈਂ ਦੱਸਣਾ ਤੁਹਾਨੂੰ ਕਮਿਸ਼ਨ ਕੀ ਹੈ। ਤੁਹਾਨੂੰ ਅਗਰ ਮਕਾਨ ਇੱਥੇ ਕਿਰਾਇਆ ਲੈਣਾ ਹੋਵੇ,
ਤਾਂ ਤੁਸੀਂ ਕੋਈ ਬੰਦੇ ਨੂੰ ਕਹੋਗੇ ਤਾਂ ਉਹਦੇ ਚੋਂ ਕਮਿਸ਼ਨ ਲੈਂਦਾ ਹੈ। ਤੁਸੀਂ ਮਕਾਨ ਬਹਾਲ ਨਹੀਂ ਸਕਦੇ ਕਿਉਂਕਿ ਉਹਦੇ ਕੋਲ ਦਫ਼ਤਰ ਬਣਿਆ, ਦਫ਼ਤਰ ਤੇ ਖਰਚਾ ਲੱਗਦਾ ਹੈ। ਤੁਸੀਂ ਉਹਦੇ ਕੋਲ ਜਾਓਗੇ ਮੈਨੂੰ ਮਕਾਨ ਚਾਹੀਦਾ ਹੈ, ਉਹ ਕਹੂਗਾ ਠੀਕ ਹੈ ਜੀ ਮੈਂ ਉਹਨੂੰ ਪਤਾ ਹੁੰਦਾ ਜੀ ਆਹ ਮਕਾਨ ਹੈ, ਦੇਖੋ ਜੀ ਆਹ ਮਕਾਨ ਦੇਖੋ। ਐਸੇ ਰਿਸ਼ਤਾ ਜਿਹੜਾ ਕਰਾਉਂਦੇ ਹੈ ਉਹ ਵੀ ਵਿੱਚ ਹੁੰਦੇ ਨੇ। ਅਗਰ ਮੰਨ ਕੇ ਚੱਲੋ ਜੇ ਬਾਹਰ ਦੀ ਕੰਪਨੀਆਂ ਆਉਣਗੀ ਤਾਂ ਉਹ ਇਹਨਾਂ ਆੜਤੀਆਂ ਨੂੰ ਕਹੂਗੀ ਮੈਨੂੰ 1000 ਮਣ ਛੋਲੇ ਚਾਹੀਦੇ ਨੇ, ਤਾਂ ਪੈਸਾ ਉਹ ਫਿਰ ਇਹਨੂੰ ਕਮਿਸ਼ਨ ਤਾਂ ਇਹਨਾਂ ਨੂੰ ਦੇਣਗੇ। ਇਹ ਤਾਂ ਨਹੀਂ ਹੈ, ਇਹ ਮਿਹਨਤਨਾਮਾ ਹੀ ਹੁੰਦਾ ਨਾ ਜੀ। ਇਹ ਤਾਂ ਮਿਹਨਤ ਹੈ, ਬਿਲਕੁਲ ਉਹ ਕਿਸਾਨ ਦੀਆਂ ਵਗਾਰਾਂ ਵੀ ਪੂਰੀਆਂ ਕਰਦਾ ਹੈ। ਜਿਹੜੀ ਗੱਲ ਕਹਿ ਰਹੇ ਨਾ ਵਿਚੋਲੀਆ ਸਾਡੇ ਕਮਿਸ਼ਨ ਏਜੰਟਾਂ ਨੂੰ ਵਿਚੋਲੀਆ ਨਹੀਂ ਹੈ। ਵਿਚੋਲੀਆ ਉਹ ਨੇ ਜਿਹੜੇ ਪਿੰਡਾਂ 'ਚ ਬੈਠੇ ਨੇ, ਜਿਹੜੇ ਕਿਸਾਨ ਨਾਲ ਠੱਗੀਆਂ ਮਾਰਦੇ ਨੇ। ਉਹ ਕਿਸਾਨ ਦਾ ਸਸਤੇ 'ਚ ਲੈ ਲੈਂਦਾ, ਲੋੜ ਹੁੰਦੀ ਹੈ ਔਰ ਫਿਰ ਮੰਡੀ ਤੇ ਲਿਜਾ ਕੇ ਉਹ 2 ਗੁਣਾ ਭਾਅ ਵੱਢਦੇ। ਇੱਥੇ ਕੀ ਹੈ, ਉੱਥੇ ਤਾਂ ਕਮਿਸ਼ਨ ਲੈਣਾ ਹੈ। ਉਹਨਾਂ ਨੇ ਕੋਈ ਫਸਲ ਨਹੀਂ ਲੈਣੀ, ਫਸਲ ਤਾਂ ਸਰਕਾਰ ਨੇ ਖਰੀਦਣੀ ਹੈ ਜਾਂ ਵਪਾਰੀ ਨੇ ਖਰੀਦਣੀ ਨਹੀਂ ਹੈ। ਉਹਨਾਂ ਦੇ 1% 2% ਜਿਹੜਾ ਆਪਦਾ ਲੈਣਾ, ਉਹ ਮਿਹਨਤਨਾਮਾ ਹੈ। ਤੇ ਇਹ ਗੱਲ ਨਹੀਂ ਹੈ, ਇਹ ਆੜਤੀਆ ਖਤਮ ਨਹੀਂ ਹੋਣਾ, ਆੜਤੀਆ ਚੱਲਣਾ ਉਲਟਾ ਜ਼ਿਆਦਾ ਚੱਲੇਗਾ। ਬਾਹਰੋਂ ਅਗਰ ਕਿਸੇ ਨੇ ਆਰਡਰ ਕਰਤਾ ਵੀ ਤੁਹਾਡੇ ਇੱਥੇ ਆ ਚੀਜ਼ ਹੁੰਦੀ ਹੈ, ਮੈਨੂੰ 20 ਟਰੱਕ ਭਰਵਾ ਕੇ ਭੇਜੋ, ਤੇ ਅੱਛਾ ਮਜ਼ਦੂਰ ਕੇ ਨਾਲ ਆਣਗੇ ਉੱਥੋਂ, ਇਹ ਮਜ਼ਦੂਰਾਂ ਨੇ ਭਰਨੇ, ਬਾਰਦਾਨ ਇਹਨਾਂ ਨੇ ਕਰਨੇ। ਇਹ ਜੀ ਗੱਲ ਨਹੀਂ ਹੈ। ਇਹ ਗਲਤ ਅਫਵਾਹਾਂ ਜਿਹੜੀ ਹੈ ਫੈਲਾਈ ਜਾ ਰਹੀ ਹੈ। ਕਿਸੇ ਦਾ ਕੰਮ ਨਹੀਂ ਮਰਨਾ, ਕੰਮ ਉਲਟੀ ਦਾ ਸਰਕਲ ਚੱਲੇਗਾ, ਕੰਮ ਵਧੇਗਾ। ਸਾਨੂੰ ਇਹ ਸੋਚਣਾ ਚਾਹੀਦਾ। ਅੱਛਾ, ਹੁਣ ਮੈਂ ਫਿਰ ਉਸੇ ਗੱਲ ਤੇ ਆਉਣਾ। MSP ਦਾ ਮੇਨ ਇੱਕ ਇਸ਼ੂ ਹੈ, ਤੇ ਇੱਕ ਕਿਸਾਨ ਇਹ ਵੀ ਕਹਿ ਰਹੇ ਹੈ ਵੀ ਸਾਡੇ ਕੋਲ ਜੇ ਡਿਸਪਿਊਟ ਹੁੰਦਾ ਹੈ, ਕਦੇ ਜਿਹੜਾ ਕੰਟਰੈਕਟਰ ਹੋਊਗਾ ਸਾਡਾ, ਉਹਦੇ ਨਾਲ ਕੋਈ ਮਤਭੇਦ ਹੁੰਦਾ ਹੈ, ਤਾਂ ਸਾਨੂੰ ਅਦਾਲਤ ਜਾਣ ਦਾ ਵਿਕਲਪ ਨਹੀਂ ਛੱਡਿਆ ਸਰਕਾਰ ਨੇ। ਇਹ ਦੇਖੋ, ਮੇਰੀ ਗੱਲ ਸੁਣੋ, ਉਹ ਕੀ ਹੈ ਕਿ ਅਦਾਲਤਾਂ ਵਿੱਚ ਆਪਾਂ ਦੇਖਦੇ ਹਾਂ ਕਿੰਨੇ ਫੈਸਲੇ ਪੈਂਡਿੰਗ। ਔਰ ਉੱਥੇ ਹੈ ਇੱਕ ਲੋਕ ਅਦਾਲਤ ਲੱਗਦੀ ਹੈ ਨਾ ਜੀ, ਲੋਕ ਅਦਾਲਤ ਲੱਗਦੀ ਹੈ, ਔਰ ਲੋਕ ਅਦਾਲਤ ਇੱਕ ਦਿਨ ਤੇ ਕਿੰਨੇ ਫੈਸਲੇ ਕਰਾ ਕੇ ਚਲੀ ਜਾਂਦੀ ਹੈ। ਔਰ ਕੋਰਟ ਦਾ ਇੱਕ ਪ੍ਰੋਸੀਜਰ ਹੈ, ਉਹ ਲੰਬਾ ਹੈ, ਉਹ ਆਈਆਂ ਇਹ ਉਹ 2 ਤਾਰੀਖ ਨਾਲ ਫਿਰ ਕੇਸ ਉੱਥੇ ਹੈ। ਉਹ ਇਹਦੇ ਵਿੱਚ ਕੀ ਹੈ ਜੀ, STM ਨੂੰ ਪਾਵਰ ਦਿੱਤੀ ਹੈ ਨਾ ਜੀ। ਮੈਂ ਇਹਦੀ ਵਕਾਲਤ ਨਹੀਂ ਕਰਦਾ, ਪਰ ਤੁਹਾਡੇ ਸਾਹਮਣੇ ਹੈ ਨਾ ਜਿਆਣੀ ਸਾਹਿਬ, ਥੋੜਾ ਜਿਹਾ ਮੈਂ ਦੱਸ ਮੈਂ ਤੁਸੀਂ ਗੱਲ ਪੂਰੀ ਕਰੋ, ਬੈਟਰ ਰਹੇਗਾ। ਪੂਰੀ ਗੱਲ ਕਰਾ ਲਓ ਨਾ, ਬੈਟਰ ਰਹੇਗਾ। ਵੀ SDM ਨੂੰ ਦੇਤੀ ਪਾਵਰ, SDM ਨੂੰ ਪਾਵਰ ਕੀ ਦਿੱਤੀ ਹੈ, ਉਹਦੇ ਨਾਲ 2 ਕਿਸਾਨ ਦੇ ਮੈਂਬਰ ਬੈਠਣਗੇ, 2 ਵਪਾਰੀ ਦੇ ਬੈਠਣਗੇ। ਐਜ ਇੱਕ ਲੋਕ ਅਦਾਲਤ ਹੈ, ਇੱਕ ਪੰਚਾਇਤ ਹੈ, ਉਹਦੇ ਵਿੱਚ ਬੈਠ ਕੇ ਉਹਨਾਂ ਨੇ ਫੈਸਲਾ ਕਰ ਦੇਣਾ। ਔਰ ਇਹ ਗੱਲ ਅਗਰ ਇਹਨਾਂ ਨੂੰ ਨਹੀਂ ਠੀਕ ਲੱਗਦੀ, ਸੈਂਟਰ ਤੇ ਜਾ ਕੇ ਆਪ ਕਹਿਣ ਤਾਂ ਸੈਂਟਰ ਤਾਂ ਮੰਨ ਲੂਗਾ, ਇਹ ਆਪਦੀ ਦਲੀਲ ਦੇਣ ਨੂੰ। ਕੋਈ ਸੈਂਟਰ ਅੜੀਅਲ ਨੀਤੀ ਨਾਲ ਨਹੀਂ ਹੈ, ਕਿਸਾਨ ਦੇ ਹਿੱਤ ਨਾਲ ਬੈਠੀ ਉੱਥੇ, ਤੇ ਕਿਸਾਨ ਦੀ ਗੱਲ ਪੂਰੀ ਕਰ। ਮੈਂ ਉਹੀ ਗੱਲ ਕਹਿ ਰਿਹਾ ਸੀਗਾ ਕਿ ਪਿੱਛੇ ਜਿਵੇਂ ਹੁਣ ਸਾਹਮਣੇ ਆਇਆ, ਤੁਸੀਂ ਪਿਛਲੀ ਇੰਟਰਵਿਊ ਜਦੋਂ ਆਪਾਂ ਕੀਤੀ, ਤੁਸੀਂ ਵੀ ਉਹਦਾ ਜ਼ਿਕਰ ਕੀਤਾ ਸੀ, ਉਹ ਸਰਦੂਲਗੜ੍ਹ ਵਾਲੇ SDO ਦਾ ਕਿ BDO ਦਾ ਸ਼ਾਇਦ, ਕਿ ਜਿਹੜੇ ਨੇ ਇੱਕ ਉਹ ਨੋਟਿਸ ਕੱਢਤਾ ਪੰਚਾਇਤਾਂ ਨੂੰ ਕਿ ਚਲੋ ਜੀ ਧਰਨਿਆਂ ਤੇ ਜਾਣਾ ਹੈਗਾ, ਤੁਸੀਂ ਸਾਰੇ ਧਰਨੇ ਲਾਓ, ਹੈ ਨਾ, ਸਰਕਾਰੀ ਨੋਟਿਸ ਕੱਢਤਾ ਆਪਣੇ ਨੂੰ। ਤਾਂ SDM ਹੋਏ ਜਾਂ ਇਹ ਜਿਹੜੀ ਬਿਊਰੋਕ੍ਰੇਸੀ ਹੈ, ਉਹ ਆਪਾਂ ਮਤਲਬ ਗੱਲਾਂ ਵੈਸੇ ਜਿੰਨੀਆਂ ਮਰਜ਼ੀ ਕਰ ਲਈਏ, ਪਰ ਸੱਚਾਈ ਤੁਹਾਨੂੰ ਵੀ ਪਤਾ ਹੈ, ਸਭ ਨੂੰ ਪਤਾ ਹੈ ਵੀ ਬਿਊਰੋਕ੍ਰੇਸੀ ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਔਰ ਬਿਊਰੋਕ੍ਰੇਸੀ ਪੈਸੇ ਦੇ ਥੱਲੇ ਕਿੰਨਾ ਕੁ ਆ ਜਾਂਦੀ ਹੈ। ਇਸ ਕਰਕੇ ਕਿਸਾਨ ਡਰ ਰਹੇ। ਦੇਖੋ ਸਰਕਾਰੀ ਦੇਖੋ ਇਹ ਗੱਲ ਹੋ ਰਿਹਾ, ਤੁਹਾਨੂੰ ਵੀ ਡਰ ਹੈ, ਕਿਉਂ ਡਰ ਰਿਹਾ? SDM ਨਾਲ ਕਿਸਾਨ ਨੇ ਵਰਤਿਆ ਨਹੀਂ, DC ਨਾਲ ਵਰਤਿਆ ਨਹੀਂ। ਮਾਲ ਮਹਿਕਮਾ ਜਿਹੜਾ ਹੈ, ਰੈਵਨਿਊ ਜਿਹੜਾ ਹੈਗਾ, ਉਹਦੇ ਸਾਰੇ ਕੰਮ ਤਾਂ SDM DC ਤੇ ਕਰਤੇ। ਸਾਡਾ ਕਿਸੇ ਤਰ੍ਹਾਂ ਦਾ ਝਗੜਾ ਜ਼ਮੀਨ ਦਾ ਜਿਹੜਾ ਹੋਵੇ, ਜਿਵੇਂ ਜ਼ਮੀਨ ਦੀ ਪੈਮਾਇਸ਼ ਹੋਵੇ, ਗਿਰਦਾਵਰੀਆਂ ਹੋਵੇ, ਰਜਿਸਟਰੀ ਕਰਨੀ ਹੋਵੇ, ਸਾਰਾ ਕੰਮ ਮਾਲ ਮਹਿਕਮਾ ਤੇ ਦੇਖਦਾ, DC SDM ਹੀ ਦੇਖਦੇ ਆ। ਤਾਂ ਕੋਈ ਗੱਲ ਨਹੀਂ, ਅਸੀਂ ਮੈਂ ਨਹੀਂ ਕਹਿੰਦਾ, ਇਹ ਜਿਹੜੇ ਜਥੇਬੰਦੀਆਂ ਨੂੰ ਚਾਹੀਦਾ ਉਹ ਦੱਸਣ, ਜੇ ਉਹਨਾਂ ਨੂੰ ਇੱਥੇ ਕੋਈ ਕਮੀ ਲੱਗਦੀ ਹੈ ਦੂਰ ਕਰ ਦੇਣਗੇ, ਕੋਈ ਏਡੀ ਗੱਲ ਨਹੀਂ ਹੈ। ਜੋ ਅੱਛਾ ਲੱਗੇ ਉਹ ਕਰੋ। ਜੇ ਕਿਸਾਨ MSP ਤੋਂ ਪਿੱਛੇ ਨਹੀਂ ਮੰਨਦੇ, ਕਿਉਂਕਿ ਉਹਨਾਂ ਦਾ ਡੈਡਲੌਕ ਇਸੇ ਗੱਲ ਤੇ ਬਣਿਆ ਰਹਿਣਾ ਹੈ, ਉਹਨਾਂ ਦਾ ਇਹ ਕਹਿਣਾ ਕਿ MSP ਤੋਂ ਘੱਟ ਕੁਝ ਨਹੀਂ ਹੈ, MSP ਦੀ ਲਾਈਨ ਪਵਾਉਣੀ ਹੈ, ਚਾਹੇ ਪ੍ਰਾਈਵੇਟ ਪਲੇਅਰ ਖਰੀਦੇ, ਤਾਂ ਸਰਕਾਰ ਦੇ ਲਈ ਮੇਰਾ ਖਿਆਲ ਪੋਸੀਬਲ ਨਹੀਂ ਨਵੇਂ ਕਾਨੂੰਨ ਦੇ ਮੁਤਾਬਕ ਕਿ ਉਹ MSP ਕਰੇ, ਕਿਉਂਕਿ ਪ੍ਰਾਈਵੇਟ ਪਲੇਅਰ ਉਸ ਗੱਲ ਤੇ ਜਾਂ ਉਸ ਤਜਵੀਜ਼ ਤੇ ਨਹੀਂ ਆਊਗਾ। ਤਾਂ ਫਿਰ ਕੀ ਚਾਰਾ ਹੈ? ਦੇਖੋ ਦੂਜਾ ਕੋਈ ਰਾਹ? ਮੇਰੀ ਗੱਲ ਸੁਣ ਲਓ, ਦੇਖੋ ਕਿੱਡੀ ਇੱਕ ਸੋਚ ਦੀ ਗੱਲ ਹੈ। MSP ਤੇ ਅਗਰ ਖਰੀਦਣਾ ਹੈ ਤਾਂ ਸਰਕਾਰ ਹੀ ਖਰੀਦੂਗੀ। ਪ੍ਰਾਈਵੇਟ ਪਲੇਅਰ ਕਹਿ ਦਿਓ, ਪ੍ਰਾਈਵੇਟ ਵਪਾਰੀ ਕਹਿ ਦਿਓ, ਉਹਨੇ ਤਾਂ ਆਪਦੇ ਮੁਨਾਫੇ ਨਾਲ ਖਰੀਦਣਾ ਹੈ, MSP ਤੇ ਨਹੀਂ ਖਰੀਦਣਾ। MSP ਤਾਂ ਸਰਕਾਰ ਖਰੀਦੇਗੀ, ਔਰ ਸਰਕਾਰ ਨੇ ਕਹਿੰਦੇ MSP ਜਾਰੀ ਰਹੇਗੀ। ਅਗਰ ਉਸ ਤੋਂ ਵੱਧ ਕੋਈ ਰੇਟ ਦਿੰਦਾ ਹੈ ਤਾਂ ਵਪਾਰੀ ਨੂੰ ਦੇ ਦਿਓ, ਅਗਰ ਘੱਟ ਦਿੰਦਾ ਹੈ ਤਾਂ ਸਰਕਾਰ ਨੂੰ ਦੇ ਦਿਓ। MSP ਕੰਟਰੋਲ ਕਦੇ ਵੀ ਬਾਹਰ ਦੇ ਵਪਾਰੀ ਨਾਲ ਆਪਾਂ ਨਹੀਂ ਕਰ ਸਕਦੇ। ਉਹਨੇ ਆਪਣੇ ਨਫੇ ਨਾਲ ਚੱਲਣਾ, ਨਫੇ ਨਾਲ ਦੇਖਣਾ ਹੈ। ਤੇ MSP ਆਪਾਂ ਉਹਨਾਂ ਤੇ ਕਿਵੇਂ ਕੰਟਰੋਲ ਕਰ ਸਕਦੇ? ਮਤਲਬ ਮੰਨ ਲਈਏ ਵੀ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਕਿਵੇਂ ਹੋਊਗਾ? ਤੁਸੀਂ ਦੱਸ ਦਿਓ, ਕੋਈ ਤਰੀਕਾ ਹੈ? ਤੁਸੀਂ ਦੱਸ ਦਿਓ। MSP ਤਾਂ ਸਰਕਾਰ ਹੀ ਖਰੀਦੇਗੀ ਨਾ ਜੀ, ਕਿਸਾਨ ਦਾ ਤਾਂ ਸਰਕਾਰ ਨੇ ਸੋਚਣਾ। ਭਾਵੇਂ ਸਰਕਾਰ ਦੇ ਲੋਸ ਝੱਲ ਸਕਦੀ ਹੈ ਆਪਦੇ ਕਿਸਾਨੀ ਵਾਸਤੇ, ਸਾਰੀ ਚੀਜ਼ ਸਿਸਟਮ ਨੂੰ ਚਲਾਉਣ ਵਾਸਤੇ। ਵਪਾਰੀ ਕਿਉਂ ਚੱਲੇਗਾ? ਵਪਾਰੀ ਤਾਂ 2 ਰੁਪਏ ਜਿੱਥੇ ਬਚੇਗਾ ਉਹ ਕੰਮ ਕਰੇਗਾ। ਆਪਾਂ ਕਾਨੂੰਨ ਬਣਾ ਦਿੰਦੇ ਹਾਂ
ਕਿ ਵਪਾਰੀ ਇਸ ਤੋਂ ਘੱਟ ਨਹੀਂ ਵੀ ਖਰੀਦੇਗਾ ਤਾਂ ਸਜ਼ਾ ਹੋਏਗੀ। ਕਿਉਂ ਖਰੀਦੇਗਾ? ਉਹਨੂੰ ਫਸੀ ਹੈ ਸਜ਼ਾ ਕਰਾਉਣ ਦੀ। ਉਹਨੂੰ ਤਾਂ ਪ੍ਰੋਫਿਟ ਹੋਏਗਾ ਤਾਂ ਖਰੀਦੇਗਾ, ਨਹੀਂ ਤਾਂ ਅਗਲਾ ਕੋ ਰਾਏ ਜੋੜੇ ਹੱਥ ਭਾਈ ਮੈਂ ਤਾਂ ਨਹੀਂ ਖਰੀਦਦਾ। MSP ਸਿਰਫ ਸਰਕਾਰ ਵਾਸਤੇ ਹੈ, ਸਰਕਾਰ ਖਰੀਦੇਗੀ, ਉਹ ਵਾਅਦਾ ਕਰਤਾ, ਖਰੀਦ ਰਹੀ ਹੈ, ਅੱਗੇ ਵੀ ਖਰੀਦੇਗੀ। ਇਹਦੇ ਵਿੱਚ ਕੋਈ ਦੋਰਾ ਨਹੀਂ। ਜਦੋਂ ਪਾਰਲੀਮੈਂਟ 'ਚ ਕਹਿਤਾ, ਮੋਦੀ ਸਾਹਿਬ ਨੇ ਕਹਿਤਾ, ਲਿਖੇ ਤਾਂ ਸਾਨੂੰ ਇਤਬਾਰ ਤਾਂ ਕਰਨਾ ਹੀ ਪੈਣਾ ਨਾ ਜੀ। ਇਤਬਾਰ ਦੇ ਬਗੈਰ ਤਾਂ ਗੱਡੀ ਕਿੱਥੇ ਨਹੀਂ ਚੱਲਦੀ। ਅੱਛਾ, ਹੁਣ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਤੁਹਾਡੀ ਗੱਲਬਾਤ ਹੋਈ ਹੁਣ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਨੂੰ ਲੈ ਕੇ, ਜਾਂ ਇਸ ਤੋਂ ਪਹਿਲੇ ਦਿਨਾਂ ਦੇ ਵਿੱਚ ਕੀ ਰੁਖ ਹੈ ਉਹਨਾਂ ਦਾ? ਦੇਖੋ, ਉਹਨਾਂ ਨੇ ਆਪ ਹੀ ਕਿਹਾ ਵੀ ਸਾਨੂੰ ਚਿੱਠੀ ਇਸ ਤਰ੍ਹਾਂ ਕਢਾ ਦਿਓ, ਅਸੀਂ ਜਾਵਾਂਗੇ। ਠੀਕ ਹੈ। ਮੀਡੀਆ ਤੇ ਮੈਨੂੰ ਡਿਬੇਟ ਦੇ ਵਿੱਚ ਕਿਹਾ ਉਹਨਾਂ ਨੇ। ਠੀਕ ਹੈ। ਮੈਂ ਕਿਹਾ ਜੀ ਕਢਾ ਦਿੰਦੇ ਹਾਂ ਜੀ। ਕਢਾਤੀ, ਹੁਣ ਉਹ ਜਾਣ, ਸਾਡੀ ਡਿਊਟੀ ਖਤਮ। ਸਾਡੇ ਤਾਂ ਇਹਨਾਂ ਤੱਕ ਡਿਊਟੀ ਨਾ, ਹੁਣ ਉੱਥੇ ਗੱਲ ਕਰਨ। ਅਸੀਂ ਤਾਂ ਪ੍ਰਾਰਥਨਾ ਕਰਦੇ ਹਾਂ ਰੱਬ ਤੋਂ ਕਿ ਇਹ ਮਸਲਾ ਹੱਲ ਹੋਵੇ। ਅੱਛਾ, 14 ਨੂੰ ਮੀਟਿੰਗ ਹੈ, 12 ਨੂੰ ਆਮ ਆਦਮੀ ਪਾਰਟੀ ਚੱਲੀ ਹੈਗੀ ਦਿੱਲੀ ਧਰਨਾ ਲਾਉਣ ਦੇ ਲਈ ਕਿਸਾਨੀ ਦਾ। ਕੀ ਕਹਿਣਾ ਹੋਣਾ ਹੈ ਤੁਹਾਡਾ? ਆਮ ਆਦਮੀ ਨਾਟਕਕਾਰ ਪਾਰਟੀ ਹੈ। ਆਮ ਆਦਮੀ ਪਾਰਟੀ, ਮੈਂ ਤਾਂ ਇਹਨੂੰ ਪਾਰਟੀ ਨਹੀਂ ਸਮਝਦਾ। ਕਿੱਥੇ ਪਾਰਟੀ ਹੈ? ਕੀ ਸਰਕਾਰ ਹੈ ਜਾਨੀ ਸਾਹਿਬ ਦਿੱਲੀ ਚ ਉਹਨਾਂ ਦੀ, ਇੱਥੇ ਵੀ ਉਹ ਵਿਰੋਧੀ ਧਿਰ ਨੇ। ਇਹ ਰਾਜਨੀਤੀ ਪਾਰਟੀ ਕਿੱਥੇ ਹੈ? ਇਹਨਾਂ ਦੇ ਕੇਜਰੀਵਾਲ ਜਿਹੜਾ ਹੈ ਬੰਦਾ ਆਪਣਾ ਵਰਕਰ ਕੱਢਣ ਲੱਗੇ ਪਾਰਟੀ ਚੋਂ 1000 ਵਾਰ ਸੋਚਦਾ ਹੈ। ਇਹਨੇ ਆਪਦੇ MP ਕੱਢਤੇ, MLA ਕੱਢਤੇ, ਜਿਹੜੇ ਇਹਦੇ ਨਾਲ ਹੀ ਸਿਰ ਟਪਾਤੇ। ਕਿਹੜੀ ਪਾਰਟੀ ਹੈ ਜੀ ਇਹ? ਦੱਸੋ ਮੈਨੂੰ। ਪਾਰਟੀ ਐਵੇਂ ਹੁੰਦੀ ਹੈ? ਮੈਨੂੰ ਤਾਂ ਨਹੀਂ ਲੱਗਦਾ। ਜਿਹੜਾ ਥੋੜਾ ਜਿਹਾ ਕੇਜਰੀਵਾਲ ਤਾਂ ਡਿਕਟੇਟਰਸ਼ਿਪ ਹੈ, ਉਹਨੂੰ ਥੋੜੀ ਜਿਹੀ ਅੱਖ ਦਿਖਾਵੇ, ਉਹਨੂੰ ਅਗਰ ਉਹ ਕਹਿ ਦੇਵੇ ਵੀ ਕਹੋ ਰਾਤ ਹੈ, ਉੱਥੇ ਕੋਈ ਕਹਿ ਦੇਵੇ ਦਿਨ ਹੈ, ਉਹ ਤਾਂ ਗਿਆ ਫਿਰ ਬੰਦਾ। ਅੱਛਾ, ਹਾਂ, ਫਿਰ ਕਿਦੋਂ ਠਹਿਰਦਾ? ਦੱਸੋ ਕਿੰਨਾ ਕੁ ਗਰੋਥ ਕੀਤਾ ਇਹਨਾਂ ਨੇ। ਜਿਹੜੇ ਇਹਦੇ ਨਾਲ ਲੱਗੇ ਸੀ ਸਾਰੇ ਛੱਡ ਗਏ। ਛੱਡਣ ਦਾ ਇਹ ਕਾਰਨ ਹੈ ਕਿ ਜੋ ਇਹ ਕਵੇ ਉਹ ਮੰਨੋ। ਡਿਕਟੇਟਰਸ਼ਿਪ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਹੈ। ਭਗਵੰਤ ਮਾਨ ਡੁਗਡੁਗੀ ਵਜਾਈ ਜਾਂਦਾ, ਜੋ ਕੇਜਰੀਵਾਲ ਕਹਿੰਦਾ ਹੈ ਚੱਲੀ ਜਾਂਦਾ। ਅਬ ਬਾਕੀ ਜਿਹੜੇ ਦੇਖ ਲਓ, ਖਹਿਰਾ ਸਾਹਿਬ ਦੇਖੋ, ਹੋਰ ਸਾਹਿਬ, ਜਿੰਨੇ ਕਿਹਦਾ ਨਾਲ ਹੈ, ਕਿੰਨੇ ਬੰਦੇ MP। ਅੱਛਾ, ਇਹ ਜਿਹੜੀਆਂ ਕਿਸਾਨ ਸੰਘਰਸ਼ ਤੋਂ ਹਟ ਕੇ ਪਾਰਟੀਆਂ ਕਰ ਰਹੀਆਂ ਨੇ, ਰਾਹੁਲ ਗਾਂਧੀ ਆਏ ਇੱਥੇ, ਮਤਲਬ ਬਿੱਲ ਤਾਂ ਚਲੋ ਦਿੱਲੀ ਦੇ ਵਿੱਚ ਪਾਸ ਹੋਇਆ ਹੈ, ਚਲੋ ਠੀਕ ਹੈ, ਉਹਨਾਂ ਨੇ ਗੇੜਾ ਮਾਰਨਾ ਸੀ, ਮਾਰ ਲਿਆ ਪੰਜਾਬ ਹਰਿਆਣਾ ਦੇ ਵਿੱਚ। ਹੁਣ ਆਮ ਆਦਮੀ ਪਾਰਟੀ ਚੱਲੀ ਹੈ ਦਿੱਲੀ, ਅਕਾਲੀ ਦਲ ਮਾਰਚ ਲੈ ਕੇ ਆਇਆ ਗਵਰਨਰ ਨੂੰ ਮਤਾ ਦੇਣ ਦੇ ਲਈ, ਬਿੱਲ ਪਾਸ ਦਿੱਲੀ ਹੋਇਆ। ਮਤਲਬ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ, ਇਹ ਕਿਸਾਨਾਂ ਦੇ ਹੱਕ 'ਚ ਲੱਗਦਾ, ਜਾਂ ਕਿਸਾਨ ਅੰਦੋਲਨ ਨੂੰ ਇਹ ਜਾਂ ਉਹਨਾਂ ਦੀਆਂ ਮੰਗਾਂ ਨੂੰ ਹੀ ਡੀਰੇਲ ਕਰ ਦੇਣਗੇ? ਇਹਨਾਂ ਨੂੰ ਦੇਖੋ, ਜਿਹੜੀ ਪਾਰਟੀ ਹੈ ਨਾ ਜੀ, ਜਿਹੜੀ ਹੈ, ਇਹਨਾਂ ਨੂੰ ਨਾ ਕਿਸਾਨ ਨਾਲ ਮਤਲਬ ਹੈ, ਨਾ ਇਹਨਾਂ ਨੂੰ ਸੂਬੇ ਨਾਲ ਮਤਲਬ ਹੈ, ਨਾ ਇਹਨਾਂ ਨੂੰ ਦੇਸ਼ ਨਾਲ ਮਤਲਬ ਹੈ। ਇਹਨਾਂ ਦੀ ਅੱਖ ਹੈ ਕੁਰਸੀ ਤੇ। ਸਾਨੂੰ ਕੁਰਸੀ ਕਿਵੇਂ ਮਿਲੇ, ਤਪਦੇ ਤੰਦੂਰ ਤੇ ਰੋਟੀ ਕਿਵੇਂ ਲੱਗੇ। ਅਬ ਕਿਸਾਨਾਂ ਨੇ ਤਪਾਤਾ, ਠੀਕ ਹੈ ਜੀ, ਇਹ ਰੋਟੀ ਲਾਉਣ ਨੂੰ ਫਿਰਦੇ। ਤੇ ਜ਼ਿੰਮੇਵਾਰੀ ਕਿਹਦੀ ਹੈ? ਜਿਹੜਾ ਕੁਰਸੀ ਤੇ ਬੈਠਦਾ ਉਹਨੂੰ ਸੋਚ ਕੇ ਗੱਲ ਕਰਨੀ ਪੈਂਦੀ ਹੈ। ਅਗਰ ਮੰਨ ਕੇ ਚਲੋ ਜ਼ਿੰਮੇਵਾਰੀ ਨਾ ਆਵੇ, ਉਹ ਬੰਦਾ ਕੁਝ ਵੀ ਗੱਲਾਂ ਕਰੇ, ਕੌਣ ਰੋਕਦਾ? ਕੁਰਸੀ ਤੇ ਹੋਵੇ, ਉਹਨੂੰ ਸੋਚ ਸਮਝ ਕੇ ਕਰਕੇ ਉਹਦੀ ਜ਼ਿੰਮੇਵਾਰੀ ਹੈ। ਤਾਂ ਹੁਣ ਮੋਦੀ ਸਾਹਿਬ ਦੀ ਜ਼ਿੰਮੇਵਾਰੀ ਹੈ। ਇਹ ਸਾਰੇ ਫਰੀ ਫਿਰਦੇ, ਜੋ ਮਰਜ਼ੀ ਇਹ ਕਹਿ ਦੇਣ, ਇਹਨਾਂ ਦੀ ਇੱਛਾ ਹੈ, ਕੌਣ ਫੜਦਾ ਜੋ ਕਹਿ ਦੇਣ। ਪਰ ਕੁਰਸੀ ਤਾਂ ਛੱਡ ਕੇ ਆਏ ਆ ਅਕਾਲੀ ਤਾਂ। ਉਹ ਕੁਰਸੀ, ਉਹ ਕਹਿੰਦੇ ਅਸੀਂ ਕੁਰਸੀ ਲਈ ਨਹੀਂ ਲੜ ਰਹੇ, ਅਸੀਂ ਤਾਂ ਛੱਡ ਕੇ ਆਏ। ਮੈਂ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ, ਪਾਰਟੀਆਂ ਦੀ ਗੱਲ ਕਰ। ਤੁਸੀਂ ਇਕੱਲੇ ਅਕਾਲੀ ਦਲ ਨੂੰ ਕਿਉਂ ਲੈਂਦੇ ਵਿੱਚ? ਅਕਾਲੀ ਦਲ ਦੇਖੋ, ਗੱਲ ਸੁਣੋ ਇੱਕ ਵਾਰ, ਅਕਾਲੀ ਦਲ ਵੀ ਐਸੇ ਮਤੇ ਦਾ ਅੱਛਾ ਸਮਰਥਨ ਕਰ ਰਹੇ ਸੀ। ਮੈਂ ਨਹੀਂ ਕਹਿੰਦਾ, ਮੀਡੀਆ ਕਹਿੰਦਾ ਸੀ, ਮੀਡੀਆ ਵਿੱਚ ਕਹਿੰਦੇ ਸੀ ਵੀ ਠੀਕ ਹੈ, ਆਪ ਕਹਿ ਰਹੇ ਸੀ ਨਾ। ਫਿਰ ਇਹ ਪੁੱਛੋ ਵੀ ਛੱਡ ਕੇ ਕਿਉਂ ਗਏ? ਫਿਰ ਛੱਡ ਕੇ ਇਸ ਕਰ ਗਿਆ ਨਾ ਵੀ ਰੋਸ ਦੇਖਿਆ ਲੋਕਾਂ ਨੂੰ। ਅਸੀਂ ਸੋਚਿਆ ਵੀ ਲੋਕ ਨਾ ਮੰਨੇ ਤਾਂ ਫਿਰ ਆਪਣੇ ਮੰਨ ਜਾਓ। ਲੋਕਾਂ ਨਾਲ ਹਿੱਤ ਦੇਖਿਆ ਵੀ ਆਪਣੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਚਲੋ ਲੋਕ ਨਾ ਮੰਨੇ ਤਾਂ ਵੀ ਹੁਣ ਲੋਕਾਂ ਨਾਲ ਰਲ ਜਾਓ, ਮਿਲ ਜਾਓ। ਅੱਛਾ, ਅਕਾਲੀ ਦਲ ਦੀਆਂ BSP ਦੇ ਨਾਲ ਥੋੜ੍ਹੀਆਂ ਨਜ਼ਦੀਕੀਆਂ ਹੋਣੀਆਂ ਸ਼ੁਰੂ ਹੋਈਆਂ, ਇਹ ਚਰਚਾਵਾਂ ਮੀਡੀਆ 'ਚ ਹੈ। ਤੇ ਉਧਰ ਦੂਜੇ ਪਾਸੇ BJP ਨੇ ਹੁਣ SGPC ਵਾਲਾ ਸ਼ੁਰੂ ਕੀਤਾ ਹੈ ਕਿ SGPC ਦੇ ਇਲੈਕਸ਼ਨ ਹੋ ਸਕਦੇ। ਇਹ ਇਸ ਲਈ ਪ੍ਰੈਸ਼ਰ ਢਿੱਲੀ ਅਸੀਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ, ਨਾ ਸਾਡਾ ਮੈਟਰ ਹੈ, ਨਾ ਸਾਡੀ ਗੱਲ ਹੈ। ਇਹ ਦੇਖੋ, ਅਸੀਂ ਕੋਈ ਕਰਾਉਣੀਆਂ ਤਾਂ ਗ੍ਰਹਿ ਮੰਤਰਾਲੇ ਨਹੀਂ ਹੈ, ਉਹ ਮਸਲਾ ਅਲੱਗ ਧਾਰਮਿਕ ਮਸਲਾ ਹੈ, ਇਹਦੇ ਸਾਨੂੰ ਕੋਈ ਮਤਲਬ ਨਹੀਂ। ਉਹ ਦੇਖੋ, ਜਿਨ੍ਹਾਂ ਨੇ ਕਰਨਾ ਉਹ ਕਰਨਾ। ਚਲੋ, ਆਖਰੀ 1-2 ਸਵਾਲ ਨੇ। ਨਵਜੋਤ ਸਿੰਘ ਸਿੱਧੂ, ਚਰਚਾ ਹੋ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਫੇਰ ਆਪਣੀ ਉਸੇ ਪਾਰਟੀ ਜਾ ਸਕਦੇ ਜਿੱਥੋਂ ਉਹ ਆਏ ਸੀ ਸ਼ੁਰੂ ਹੋ ਕੇ, ਭਾਰਤੀ ਜਨਤਾ ਪਾਰਟੀ 'ਚ। ਕੋਈ ਚਰਚਾ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ? ਤੁਹਾਡੇ ਨਾਲ ਤਾਂ ਖਾਸ ਸੰਬੰਧ ਰਹੇ ਹੈ, ਮੈਡਮ ਤਾਂ ਮਤਲਬ ਤੁਹਾਡੇ ਉਹਦੇ ਸੰਸਦੀ ਸਕੱਤਰ ਰਹੇ ਤੁਹਾਡੇ ਮਹਿਕਮੇ ਨੂੰ। ਇਹ ਸਾਡੇ ਆਦਰਨੀय ਬਹਿਨ ਹੈ, ਨੋ ਪ੍ਰੋਬਲਮ। ਸਿੱਧੂ ਸਾਹਿਬ ਅੱਛੇ ਇਨਸਾਨ ਨੇ, ਮੈਂ ਨਹੀਂ ਕਹਿੰਦਾ। ਹੁਣ ਪਾਰਟੀਆਂ ਦੀ ਗੱਲ ਅਲੱਗ ਹੈ। ਭਾਰਤੀ ਜਨਤਾ ਪਾਰਟੀ ਕਿਸੇ ਨੂੰ ਜਾ ਕੇ ਨਹੀਂ ਕਹਿੰਦੀ ਆ ਜਾ। ਔਰ ਜੇ ਕੋਈ ਭਾਰਤੀ ਜਨਤਾ ਪਾਰਟੀ ਦੀ ਨੀਤੀ ਅਸੂਲਾਂ ਦੇ ਨਾਲ ਕੋਈ ਆਉਣਾ ਚਾਹਵੇ ਤਾਂ ਦੇਖੋ, ਕੋਈ ਕਿਸੇ ਨੂੰ ਮਨਾ ਨਹੀਂ ਹੈ। ਪਾਰਟੀ ਤਾਂ ਬੰਦਿਆਂ ਨਾਲ ਹੀ ਹੈ। ਪਾਰਟੀ ਦੀ ਇੱਕ ਬੰਦਾ ਪਾਰਟੀ ਨਹੀਂ ਹੁੰਦਾ,
जिन्ना समूह जिन्ने अच्छे अच्छे चेहरे पार्टी ਦੇ ਹੁੰਦੇ ਪਾਰਟੀ ਉਨੀ ਗਰੋਥ ਕਰਦੀ ਹੈ। ਭਾਰਤੀ ਜਨਤਾ ਪਾਰਟੀ ਇਸ ਚੀਜ਼ ਦੇ ਵਿੱਚ ਬੜੀ ਸਮਝਦਾਰੀ ਔਰ ਬੜੇ ਫੂਕ ਕੇ ਆਪਣਾ ਕਦਮ ਜਿਹੜਾ ਰੱਖਦੇ ਹੋਏ ਅੱਜ ਪਾਰਲੀਮੈਂਟ ਦੇ ਵਿੱਚ ਔਰ ਦੂਸਰੀ ਵਾਰੀ ਸਰਕਾਰ ਬਣਾਈ। ਇੱਕ ਸਿਆਸਤ ਦੀ ਨਬਜ਼ ਸਮਝਣ ਵਾਲੇ ਤੁਸੀਂ ਆਗੂ ਹੋ ਜਾਨੀ ਸਾਹਿਬ, ਤੁਹਾਨੂੰ ਕੀ ਲੱਗਦਾ ਜਿਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਆ ਜਿਹੜੀ ਖੇਤੀ ਯਾਤਰਾ ਸੀ ਕਾਂਗਰਸ ਦੀ, ਜਿਵੇਂ ਦਾ ਟਰੀਟਮੈਂਟ ਉਹਨਾਂ ਨਾਲ ਹੋਇਆ, ਜਿਵੇਂ ਉਹਨਾਂ ਨੇ ਸਟੇਜ ਤੇ ਚੜ੍ਹ ਕੇ ਬੋਲਿਆ, ਆਪਣੇ ਹੀ ਕੈਬਨਿਟ ਮੰਤਰੀ ਨੂੰ ਹੜਕਾਇਆ, ਉਸ ਤੋਂ ਬਾਅਦ ਅੱਧ ਵਿਚਾਲੇ ਛੱਡ ਕੇ ਚਲੇ ਗਏ, ਰਾਹੁਲ ਗਾਂਧੀ ਦੇ ਨਾਲ ਪੂਰੀ ਵੀ ਨਹੀਂ ਕੀਤੀ ਖੇਤੀ ਯਾਤਰਾ, ਤੁਹਾਨੂੰ ਕੀ ਲੱਗਦਾ ਹੈਗਾ ਬਿਆਨਬਾਜ਼ੀ ਹੋ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੀ, ਨਵਜੋਤ ਸਿੰਘ ਸਿੱਧੂ ਪੂਰੀ ਲਾਉਣਗੇ ਕਾਂਗਰਸ ਦੇ ਨਾਲ ਜਾਂ ਨਹੀਂ? ਦੇਖੋ ਗੱਲ ਮੈਂ ਦੱਸਾਂ ਤੁਹਾਨੂੰ, ਗੱਲ ਸਾਫ਼ ਹੈ। ਤੁਸੀਂ ਜਿਹਦੇ ਨਾਲ ਯਾਰੀ ਪਾ ਲਓ, ਠੀਕ ਹੈ, ਪਿਆਰ ਜਿੱਥੇ ਹੁੰਦਾ ਹੈ ਖਾਰ ਉੱਥੇ ਹੀ ਆਉਂਦਾ ਹੈ। ਜਿੱਥੇ ਪਿਆਰ ਨਹੀਂ ਉੱਥੇ ਖਾਰ ਦਾ ਤਾਂ ਮਤਲਬ ਹੀ ਨਹੀਂ। ਜਿੱਥੇ ਪਿਆਰ ਹੋਵੇ ਔਰ ਤੁਹਾਡੀ ਹੋ ਜੇ ਖਾਰ, ਤਾਂ ਸਿਧਾਂਤ ਉਹੀ ਹੈ ਕਿ ਉਹਦੀ ਆਲੋਚਨਾ ਕਦੇ ਨਹੀਂ ਕਰਨੀ ਚਾਹੀਦੀ। ਠੀਕ ਹੈ ਜੀ। ਜਿਸ ਵਿਹੜੇ 'ਚ ਤੁਸੀਂ ਰਹੇ ਹੋ, ਜਿਸ ਸਮਾਜ 'ਚ ਰਹੇ ਹੋ, ਜਿਸ ਬੰਦੇ ਦੇ ਨਾਲ ਰਹੇ ਹੋ, ਅਗਰ ਉਸ ਬੰਦੇ ਨਾਲ ਤੁਸੀਂ ਬਾਹਰ ਜਾ ਕੇ ਆਲੋਚਨਾ ਕਰ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਆਪ ਦੀ ਆਲੋਚਨਾ ਕਰ ਰਹੇ ਹੋ, ਨਾ ਕਿ ਉਸ ਬੰਦੇ ਦੀ। ਤੁਹਾਡੀ ਆਪ ਦੀ ਨਿਮੋਚੀ ਹੈ। ਨਵਜੋਤ ਸਿੱਧੂ ਬੰਦਾ ਕੋਈ ਮਾੜਾ ਨਹੀਂ ਹੈ, ਪਰ ਜਦੋਂ ਸਾਡੇ ਨਾਲ ਸੀਗੇ ਮੋਦੀ ਸਾਹਿਬ ਦੇ ਉਹ ਗੁਣਗਾਨ ਮਤਲਬ ਏਡੀਆਂ ਚੱਕ ਕੇ, ਔਰ ਜਦੋਂ ਚਲੇ ਗਏ ਜਿਨ੍ਹਾਂ ਨੂੰ ਮਾੜੇ ਬੋਲਦੇ ਸੀ ਪਰ ਉਹਨਾਂ ਦੇ ਗੁਣਗਾਨ ਏਡੀਆਂ ਚੱਕ ਕੇ, ਤੇ ਤੁਸੀਂ ਦੱਸੋ ਵੀ ਇੱਧਰ ਸੀ ਤੇ ਇੱਧਰ ਏਡੀਆਂ ਚੱਕ ਕੇ, ਉਹਨਾਂ ਦੀ ਆਲੋਚਨਾ ਉਧਰ ਗਏ ਤੇ ਉਧਰੋਂ ਏਡੀਆਂ ਚੱਕ ਕੇ ਇੱਧਰ ਦੀ ਆਲੋਚਨਾ। ਫਿਰ ਲੋਕ ਵੀ ਸਮਝਦਾਰ ਨੇ, ਲੋਕ ਜਾਣ ਜਾਂਦੇ ਨੇ ਵੀ ਇਹ ਬੰਦਾ ਕੀ ਹੈ। ਨਵਜੋਤ ਸਿੱਧੂ ਦੀ ਰੈਪੂਟੇਸ਼ਨ ਇਸ ਕਰਕੇ ਗਿਰੀ ਹੈ। ਠੀਕ ਹੈ, ਬੀਜੇਪੀ ਨੂੰ ਛੱਡਿਆ, ਤੂੰ ਮੋਦੀ ਸਾਹਿਬ ਦੀ ਪ੍ਰਸ਼ੰਸਾ ਕਰਦੇ ਸੀਗੇ, ਤੁਹਾਨੂੰ ਉਸ ਸਟੇਜ ਤੇ ਬੋਲਣ ਦੀ ਲੋੜ ਨਹੀਂ ਸੀਗੀ। ਬੋਲਦੇ ਤਾਂ ਉਨੀ ਗੱਲ ਬੋਲਦੇ ਕਿ ਠੀਕ ਹੈ ਮੈਂ ਇਸ ਦਾਇਰੇ 'ਚ ਆਇਆ ਤਾਂ ਮੈਂ ਇੰਨੀ ਗੱਲ ਕਰਾਂਗਾ, ਮੈਂ ਇੱਕ ਛੋਟਾ ਜਿਹਾ ਇਨਸਾਨ ਹਾਂ, ਮੈਨੂੰ ਨਾ ਸਮਝ ਵੀ ਮੈਂ ਹੋ ਸਕਦਾ ਕਿ ਮੈਂ ਕਿਸ, ਉਹ ਤਾਂ ਬਹੁਤ ਉੱਚੀ ਚੀਜ਼ ਨੇ। ਨਵਜੋਤ ਸਿੱਧੂ ਇਹ ਜੀ ਗੱਲਾਂ ਮੰਨ ਕੇ ਚੱਲੋ, ਜੇ ਕਾਂਗਰਸ 'ਚ ਗਏ ਤੁਸੀਂ ਆਪ ਦੇਖਿਆ ਤਾਂ ਬੋਲਣਾ ਬੰਦੇ ਨੂੰ ਤੋਲ ਕੇ ਚਾਹੀਦਾ, ਤੋਲ ਕੇ ਬੋਲ, ਸਮੱਸਿਆ ਕਦੇ ਨਹੀਂ ਆਉਂਦੀ। ਬਿਨਾਂ ਤੋਲੇ ਬੋਲੋਗੇ ਤਾਂ ਸਮੱਸਿਆ ਹੀ ਸਮੱਸਿਆ। ਅੱਛਾ, ਨਵਜੋਤ ਸਿੰਘ ਸਿੱਧੂ ਦੀ ਅਕਸਰ ਜਦੋਂ ਬੀਜੇਪੀ 'ਚ ਸੀਗੇ, ਤੁਹਾਡੇ ਸਾਥੀ ਸੀਗੇ, ਉਦੋਂ ਅਕਸਰ ਜਿਹੜੀ ਲੜਾਈ ਸੀਗੀ ਉਹ ਸੀਗੀ ਅਕਾਲੀ ਦਲ ਨੂੰ ਲੈ ਕੇ। ਇਹ ਤਾਂ ਤੁਹਾਨੂੰ ਵੀ ਪਤਾ ਹੈ, ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ, ਜਾਂ ਜਿਵੇਂ ਉਹ ਚਾਹੁੰਦੇ ਸੀ ਵੀ ਉਹ ਮੈਡਮ ਵੀ ਜਿਵੇਂ ਚਾਹੁੰਦੇ ਸੀ ਵੀ ਕੰਮ ਕਰਨ ਦਿੱਤਾ ਜਾਵੇ, ਉਵੇਂ ਨਹੀਂ ਸੀ ਕਰਨ ਦਿੱਤਾ ਜਾ ਰਿਹਾ। ਅਕਸਰ ਉਹ ਇਸੇ ਗੱਲ ਨੂੰ ਲੈ ਕੇ ਬੋਲਦੇ ਵੀ ਸੀਗੇ, 2-3 ਸਟੇਜਾਂ ਤੇ ਉਹ ਬੋਲੇ, ਤੁਹਾਡੇ ਸਾਹਮਣੇ ਪਤਾ ਨਹੀਂ ਬੋਲੇ ਜਾਂ ਨਹੀਂ, ਪਰ 2-3 ਸਟੇਜਾਂ ਤੇ ਵੀ ਉਹ ਬੋਲੇ ਕਿ ਸਾਨੂੰ ਡੁਬੋ ਦੇਣਗੇ ਲੋਕ। ਹੁਣ ਅਕਾਲੀਆਂ ਨਾਲੋਂ ਵੀ ਤੋੜ ਵਿਛੋੜਾ ਹੋ ਗਿਆ, ਤਾਂ ਹੁਣ ਨਵਜੋਤ ਸਿੰਘ ਸਿੱਧੂ ਦੇ ਲਈ ਗਰਾਊਂਡ ਸਾਫ਼ ਹੈ। ਹੁਣ ਦੇਖੋ ਉਹਨਾਂ ਦੀ ਮਰਜ਼ੀ ਹੈ, ਮਤਲਬ ਉਹਨਾਂ ਦੀ ਮਰਜ਼ੀ। ਦੇਖੋ ਗੱਲ ਇੱਕ ਮੇਰੀ ਸੁਣੋ, ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਅਸੀਂ ਸਰਕਾਰ ਦੇ ਵਿੱਚ ਅੰਦਰ ਵੜ ਕੇ ਜੋ ਮਰਜ਼ੀ ਗੱਲ ਕਰ ਲਈਏ ਜੀ, ਬਾਹਰ ਕਰਨਾ ਉਚਿਤ ਹੈ। ਹਾਂ, ਪਾਰਟੀ ਤੁਹਾਡੇ ਨਾਲ ਆਪਾਂ ਬੈਠੇ ਖਾਈਏ, ਬਾਹਰ ਜਾ ਕੇ ਤੁਹਾਨੂੰ ਗਾਲਾਂ ਕੱਢਾਂ ਤੇ ਅੰਦਰ ਆ ਕੇ ਫਿਰ ਤੁਹਾਡੇ ਨਾਲ ਹਾਸਾ ਬੋਲਾਂ, ਤਾਂ ਲੋਕ ਤਾਂ ਸਭ ਜਾਣਦੇ ਨਾ ਜੀ। ਜੇ ਸਾਡਾ ਲਾਇੰਸ ਹੈ, ਚੱਲ ਰਿਹਾ ਹੈ, ਠੀਕ ਹੈ, ਸਾਡੀ ਮਜਬੂਰੀਆਂ ਕੁਝ ਹੋ ਸਕਦੀਆਂ, ਵਿਚਾਰ ਕੁਝ ਹੋ ਸਕਦਾ ਹੈ, ਜਦੋਂ ਤੱਕ ਸਾਡਾ ਲਾਇੰਸ ਹੈ ਅਸੀਂ ਇਕੱਠੇ ਹਾਂ ਤਾਂ ਸਾਨੂੰ ਸੈਕਰੀਫਾਈਸ ਕਰਕੇ ਇੱਕ ਦੂਸਰੇ ਨਾਲ ਵਿਚਾਰ ਮਿਲਾ ਕੇ ਚੱਲਣਾ ਪੈਂਦਾ। ਤੁਹਾਨੂੰ ਚਿਹਰਾ ਨਵਜੋਤ ਸਿੰਘ ਸਿੱਧੂ ਕਿਵੇਂ ਲੱਗਦੇ ਨੇ ਬੀਜੇਪੀ ਦੇ ਲਈ ਪੰਜਾਬ 'ਚ? ਮਤਲਬ ਵੈਲਿਊ ਵਾਲਾ ਚਿਹਰਾ ਹੋ ਸਕਦਾ ਹੈ? ਤੋ ਇਹਦੇ ਬਾਰੇ ਮੈਂ ਇਕੱਲਾ ਥੋੜ੍ਹੇ ਕਹਿ ਸਕਦਾ ਜੀ। ਪੰਜਾਬ ਦੇ ਵਿੱਚ 3 ਕਰੋੜ ਦੀ ਆਬਾਦੀ ਹੋਈ ਹੈ, ਨੇੜੇ ਤੇੜੇ ਹੈ, ਲੋਕਾਂ ਨੇ ਫੈਸਲਾ ਲੈਣਾ। ਮੇਰੇ ਕਹਿਣ ਨਾਲ ਕੀ ਹੁੰਦਾ? ਮੇਰੇ ਕਹਿਣ ਨਾਲ ਨਾ ਤਾਂ ਕੋਈ ਮੈਂ ਅੱਛਾ ਕਹਿੰਦਾ ਅੱਛਾ ਹੁੰਦਾ, ਮੇਰੇ ਕਹਿਣ ਨਾਲ ਮੈਂ ਜੇ ਬੁਰਾ ਕਹਿੰਦਾ ਬੁਰਾ ਨਹੀਂ ਹੁੰਦਾ, ਕਹਿਣ ਨਾਲ ਮੇਰੀ ਜ਼ਬਾਨ ਹੀ ਬੁਰੀ ਹੁੰਦੀ ਹੈ ਕਿਸੇ ਦਾ ਮੈਂ ਕਹੂੰ ਤਾਂ। ਦੇਖੋ ਇਹ ਤਾਂ ਉਹਨਾਂ ਦੀ ਮਰਜ਼ੀ ਹੈ, ਉਹਨਾਂ ਲੋਕ ਪਸੰਦ ਕਰਦੇ ਹੈ, ਗੱਲ ਕਰਦੇ ਹੈ। ਮੈਂ ਤਾਂ ਨਵਜੋਤ ਸਿੰਘ ਚਲੋ ਮੇਰਾ ਵੱਡਾ ਭਰਾ ਕਹਿ ਲਿਆ, ਸਾਡੇ ਨਾਲ ਦੁਆ ਸਲਾਮ ਹੈ, ਪਰ ਇਹ ਗੱਲਾਂ ਅੱਛੀ ਨਹੀਂ ਹੈ ਕਿ ਜਿਹਦੇ ਨਾਲ ਰਹੋ ਉਹ ਬਾਹਰ ਜਾ ਕੇ ਉਹਦੀ ਆਲੋਚਨਾ, ਇੱਧਰ ਦੀ ਪ੍ਰਸ਼ੰਸਾ, ਇਸ ਕਰਕੇ ਰੈਪੂਟੇਸ਼ਨ ਬੰਦੇ ਦੀ। ਕੱਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਹੋਰਾਂ ਦੇ ਨਾਲ ਵੀ ਥੋੜੀ ਬਹੁਤ ਮੀਡੀਆ ਦੇ ਵੱਲੋਂ ਜਦੋਂ ਗੱਲ ਹੋਈ, ਉਹਨਾਂ ਵੀ ਕਿਹਾ ਵੀ ਪਾਰਟੀ ਫੈਸਲਾ ਲਊਗੀ ਇਹ ਜੇ ਨਵਜੋਤ ਸਿੰਘ ਸਿੱਧੂ ਵਾਲਾ ਮੈਟਰ ਆਉਂਦਾ। ਇਹ ਸਿਰਫ ਮੀਡੀਆ ਦੇ ਵਿੱਚ ਚਰਚਾਵਾਂ, ਮਤਲਬ ਜਾ ਕੇ ਕੋਈ ਜਰਨਲਿਸਟ ਸਵਾਲ ਪੁੱਛ ਲੈਂਦਾ, ਇਸੇ ਕਰਕੇ ਹੋ ਰਹੀਆਂ ਜਾਂ ਕੋਈ ਅੰਦਰ ਖਾਤੇ ਗੱਲ ਵੀ ਹੋ ਰਹੀ ਹੈ? ਜਾਣੀ ਸਾਹਿਬ, ਇਹਦੇ ਨਾਲ ਪਾਰਟੀ ਨੇ ਫੈਸਲਾ ਕੋਈ ਨਹੀਂ ਲੈਣੇ ਹੁੰਦੇ। ਪਾਰਟੀ ਤਾਂ ਪਾਰਟੀ ਕਹਿ ਰੱਖੀ ਹੈ ਸਾਡੀ ਵਿਚਾਰਧਾਰਾ ਦੇ ਨਾਲ, ਸਾਡੀ ਸੋਚ ਦੇ ਨਾਲ ਕੋਈ ਆਣਾ ਚਾਹੇ ਐਜ ਏ ਵਰਕਰ ਆਵੇ। ਪਾਰਟੀ ਦੇਖੋ, ਪਾਰਟੀ ਕਦੋਂ ਕਹਿੰਦੇ ਨਾ ਆਵੇ?
ਅਗਰ ਕੋਈ ਕੰਡੀਸ਼ਨ ਰੱਖ ਕੇ ਆਵੇ ਤਾਂ ਪਾਰਟੀ ਵਿਚਾਰ ਕਰਦੀ ਹੈ ਵੀ ਕੀ ਹੈ ਇਹ ਗੱਲ। ਐਜ ਏ ਵਰਕਰ ਕੋਈ ਆਓ, ਪਾਰਟੀ ਦੀ ਸੋਚ ਜਿਹਦੇ ਦੀ ਹੈ, ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਜੁੜਦਾ ਹੈ ਤਾਂ ਪਾਰਟੀ ਨੂੰ ਫਾਇਦਾ ਪਰ ਇਸ ਕੋਈ ਤਰ੍ਹਾਂ ਦੀ ਕੋਈ ਗੱਲਬਾਤ ਹਾਲੇ ਨਹੀਂ ਹੋ ਰਹੀ। ਮੇਰੇ ਸਾਹਮਣੇ ਤਾਂ ਗੱਲ ਨਹੀਂ ਹੋਈ। ਮੇਰੇ ਤੇ ਇੱਕ ਛੋਟਾ ਜਿਹਾ ਬੰਦਾ, ਛੋਟਾ ਜਿਹਾ ਜ਼ਿੰਮੇਵਾਰੀ ਲਾਈ ਹੈ ਜਿਹੜੀ ਮੈਂ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਜ਼ਿਆਦਾ ਵੱਡੀ ਗੱਲਾਂ ਤਾਂ ਉਹ ਕਰਨੀ ਉਚਿਤ ਨਹੀਂ ਹੈ। ਚਲੋ, ਬਹੁਤ ਸ਼ੁਕਰੀਆ ਜੈਣੀ ਸਾਹਿਬ ਇਸ ਗੱਲਬਾਤ ਲਈ। ਇਹ ਸਨ ਸੁਰਜੀਤ ਕੁਮਾਰ ਜੈਣੀ, ਸਾਬਕਾ ਕੈਬਨਿਟ ਮੰਤਰੀ। ਸਫਲਤਾ ਜੈਣੀ ਸਾਹਿਬ ਨੂੰ ਇੰਨੀ ਕੁ ਮਿਲੀ ਹੈ ਕਿ ਜੋ ਕਿਸਾਨ ਯੂਨੀਅਨਾਂ ਦੀ ਮੰਗ ਸੀਗੀ ਪਿਛਲੇ ਦਿਨਾਂ ਤੋਂ ਕਿ ਸਾਡੀ ਮੀਟਿੰਗ ਕਰਵਾਈ ਜਾਵੇ, ਗੱਲਬਾਤ ਕਰਵਾਈ ਜਾਵੇ। ਕਿਸਾਨ ਯੂਨੀਅਨਾਂ ਇਹ ਕਹਿ ਰਹੀਆਂ ਸੀ ਕਿ ਕੇਂਦਰ ਸਰਕਾਰ ਟੇਬਲ ਟਾਕ ਕਰੇ। ਉਹ ਟੇਬਲ ਟਾਕ ਤੇ ਕੇਂਦਰ ਸਰਕਾਰ ਆ ਗਈ ਹੈ। ਨਵੀਂ ਚਿੱਠੀ ਆਈ ਹੈ ਜਿਹਦੇ ਵਿੱਚ ਜਿਹੜੀ ਸ਼ਬਦਾਵਲੀ ਤੇ ਇਤਰਾਜ਼ ਸੀ ਪਿਛਲੀ ਵਾਰੀ, ਉਹ ਸ਼ਬਦਾਵਲੀ ਵੀ ਦੂਰ ਕੀਤੀ ਗਈ ਹੈ ਤੇ ਹੁਣ ਇੰਨਾ ਕੁ ਲਿਖਿਆ ਗਿਆ ਵੀ ਆਓ ਬੈਠ ਕੇ ਗੱਲ ਕਰਦੇ ਹਾਂ। ਹੁਣ ਕਿਸਾਨ ਯੂਨੀਅਨਾਂ ਤੇ ਹੈ ਕਿ ਉਹ ਇਸ ਜਿਹੜਾ ਕੇਂਦਰ ਦਾ ਫੈਸਲਾ ਜਾਂ ਜਿਹੜਾ ਕਦਮ ਹੈ ਉਹਦਾ ਕਿਵੇਂ ਸਵਾਗਤ ਕਰਦੀਆਂ। ਗੁਰਪ੍ਰੀਤ ਸਿੰਘ, ਕੈਮਰਾਮੈਨ ਸੂਰਜ ਦੇ ਨਾਲ, ਜਗਬਾਣੀ, ਚੰਡੀਗੜ੍ਹ।